अभय अकाल की, तब चलायो पंथ, सब सिखन को हुक्म है, गुरु मानियो ग्रंथ। सिख विरसा, सिख विरसा जान है साडी, इस नूं सारे प्यार करो, गुरुआं अते शहीदां दा तुसीं सारे ही सत्कार करो। सब तेरी वड्याई कोई नाहु ना जाने मेरा। आद गुरु है ना मैं, जुगाद गुरु है ना मैं, वो सतगुरु है ना मैं, श्री गुरुदेव ना मैं। FM ਤੇ ਆਪ ਜੀ ਸਰਵਨ ਕਰ ਰਹੇ ਹੋ ਕੋਹਿਨੂਰ ਰੇਡੀਓ ਤੇ ਇਸ ਵੇਲੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੈ ਸਰਬਜੀਤ ਸਿੰਘ। ਆਪ ਸਭ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਐਤਵਾਰ ਦਾ ਦਿਹਾੜਾ ਹੈ 9 ਫੱਗਣ ਸੰਮਤ 553 ਨਾਨਕਸ਼ਾਹੀ ਕੈਲੰਡਰ ਦੇ ਹਿਸਾਬ ਦੇ ਨਾਲ ਤੇ 20 ਫਰਵਰੀ 2022 ਅੰਗਰੇਜ਼ੀ ਕੈਲੰਡਰ ਦੇ ਹਿਸਾਬ ਦੇ ਨਾਲ ਅੱਜ ਦਾ ਸਿੱਖ ਵਿਰਸਾ ਪ੍ਰੋਗਰਾਮ ਲੈ ਕੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹਾਂ ਤੇ ਸਾਡਾ ਸਾਥ ਰਹੇਗਾ ਪੂਰੇ 11 ਵਜੇ ਤੱਕ ਤੇ 11 ਵਜੇ ਚੱਲਾਂਗੇ ਅਸੀਂ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਜਿੱਥੋਂ ਆਪ ਜੀ ਸਿੱਧਾ ਪ੍ਰਸਾਰਣ ਸਰਵਨ ਕਰੋਗੇ। ਆਓ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਚੱਲਦੇ ਹਾਂ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ। साकिसिया कामाई हर बिन जियो ना रहे, हर बिन जियो ना
ना रहे, हर बिन जियो ना रहे। साचो तखत गुरु रामदास, साचो तखत गुरु रामदास, साचो तखत गुरु रामदास, साचो तखत गुरु रामदास। विद्यमान गुरु आप थप्यो तेरे, विद्यमान गुरु जो मैं वेद सा किसिया खामाई, जो मैं वेद सा किसिया खामाई, हर बिन जियो ना रहे, हर बिन जियो ना रहे, हर बिन जियो ना रहे। साचो तखत गुरु रामदास, साचो तखत गुरु रामदास, साचो तखत गुरु रामदास, साचो तखत गुरु रामदास। विद्यमान गुरु आप थप्यो तेरे, विद्यमान गुरु। ਹੁਣੇ ਅਸੀਂ ਸੁਣ ਰਹੇ ਸੀ ਸਿੱਧਾ ਪ੍ਰਸਾਰਨ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ। ਆਓ ਚੱਲਦੇ ਹਾਂ ਹੁਣ ਅੱਜ ਦਾ ਜਿਹੜਾ ਸਤਿਗੁਰੂ ਜੀ ਨੇ ਸਾਨੂੰ ਹੁਕਮਨਾਮਾ ਬਖਸ਼ਿਆ ਹੈ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ। ਅੱਜ ਦੇ ਹੁਕਮਨਾਮੇ ਦੀ ਰਿਕਾਰਡਿੰਗ ਅਸੀਂ ਸਰਵਣ ਕਰਦੇ ਹਾਂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪਹਿਲਾ। ਜੀਵਾ ਤੇਰਾ ਨਾਏ ਮਨ ਆਨੰਦ ਹੈ ਜੀਓ। ਸਾਚੋ ਸਾਚਾ ਨਾਉ ਗੁਣ ਗੋਵਿੰਦ ਹੈ ਜੀਓ। ਜੀਵਾ ਤੇਰਾ ਨਾਏ ਮਨ ਆਨੰਦ ਹੈ ਜੀਓ। ਸਾਚੋ ਸਾਚਾ ਨਾਉ ਗੁਣ ਗੋਵਿੰਦ ਹੈ ਜੀਓ। ਗੁਰ ਗਿਆਨ ਅਪਾਰਾ ਸਿਰਜਣਹਾਰਾ ਜਿਨ ਸਿਰਜੀ ਤਿਨ ਗੋਈ। ਪਰਵਾਣਾ ਆਇਆ
ਹੁਕਮ ਪਠਾਇਆ, ਫੇਰ ਨਾ ਸਕੈ ਕੋਈ। ਆਪੇ ਕਰ ਵੇਖੈ, ਸਿਰ ਸਿਰ ਲੇਖੈ। ਆਪੇ ਸੁਰਤ ਬੁਝਾਈ, ਨਾਨਕ ਸਾਹਿਬ ਅਗਮ ਅਗੋਚਰ। ਜੀਵਾ ਸੱਚੀ ਨਾਈ, ਤੁਮ ਸਰ ਅਵਰ ਨ ਕੋਏ। ਆਇਆ ਜਾਏ ਸੀ ਜੀਓ, ਹੁਕਮੀ ਹੋਏ ਨਿਬੇੜ। ਭਰਮ ਚੁਕਾਏ ਸੀ ਜੀਓ, ਗੁਰ ਭਰਮ ਚੁਕਾਏ ਅਕਥ ਕਹਾਏ। ਸੱਚ ਮਹਿ ਸਾਚੋ ਸਮਾਣਾ, ਆਪ ਉਪਾਏ ਆਪ ਸਮਾਏ। ਹੁਕਮੀ ਹੁਕਮ ਪਛਾਣਾ, ਸੱਚੀ ਵਡਿਆਈ ਗੁਰ ਤੇ ਪਾਈ। ਤੂੰ ਮਨ ਅੰਤ ਸਖਾਈ, ਨਾਨਕ ਸਾਹਿਬ ਅਵਰ ਨਾ ਦੂਜਾ। ਨਾਮ ਤੇਰਾ ਵਡਿਆਈ, ਤੂੰ ਸੱਚਾ ਸਿਰਜਣਹਾਰ। ਅਲਖ ਸਿਰੰਦਿਆ ਜੀਓ, ਏਕ ਸਾਹਿਬ ਦੋਇ ਰਾਹੇ। ਵਾਦ ਵਦੰਦਿਆ ਜੀਓ, ਦੋਇ ਰਾਹ ਚਲਾਏ ਹੁਕਮ ਸਬਾਏ। ਜਨਮ ਮੁਆ ਸੰਸਾਰਾ, ਨਾਮ ਬਿਨਾ ਨਾਹੀ ਕੋ ਬੇਲੀ। ਬਿਖ ਲਾਦੀ ਸਿਰ ਭਾਰਾ, ਹੁਕਮੀ ਆਇਆ ਹੁਕਮ ਨਾ ਬੂਝੈ। ਹੁਕਮ ਸਵਾਰਣ ਹਾਰਾ, ਨਾਨਕ ਸਾਹਿਬ ਸ਼ਬਦ ਸਿਆਪੈ। ਸਾਚਾ ਸਿਰਜਣਹਾਰਾ, ਭਗਤ ਸੋਹ ਹੈ ਦਰਬਾਰ। ਸ਼ਬਦ ਸੁਹਾਇਆ ਜੀਓ, ਬੋਲਾ ਹੈ ਅੰਮ੍ਰਿਤ ਬਾਣ। ਰਸਨ ਰਸਾਇਆ ਜੀਓ, ਰਸਨ ਰਸਾਏ ਨਾਮ ਤਿਸਾਏ।
ਗੁਰ ਕਾ ਸ਼ਬਦ ਵਿਕਾਣੇ, ਪਾਰਸ ਪਰਸਿਆ ਪਾਰਸ ਹੋਏ, ਜਾ ਤੇਰਾ ਮਨ ਭਾਣੇ। ਅਮਰਾ ਪਦ ਪਾਇਆ ਆਪ ਗਵਾਇਆ, ਵਿਰਲਾ ਗਿਆਨ ਵਿਚਾਰੀ। ਨਾਨਕ ਭਗਤ ਸੋਹਨ ਦਰ ਸਾਚਾ, ਸਾਚੇ ਕੇ ਵਾਪਾਰੀ। ਭੂਖ ਪਿਆਸੋ ਆਥ, ਕਿਉ ਦਰ ਜਾਏ ਸਾਜੀਆ। ਸਤਿਗੁਰ ਪੁੱਛੋ ਜਾਏ, ਨਾਮ ਧਿਆਏ ਸਾਜੀਆ। ਸੱਚ ਨਾਮ ਧਿਆਈ ਸਾਚ ਚਵਾਈ, ਗੁਰਮੁਖ ਸਾਚ ਪਛਾਣਾ। ਦੀਨਾਨਾਥ ਦਇਆਲ ਨਿਰੰਜਨ, ਅਨ ਦਿਨ ਨਾਮ ਵਖਾਣਾ। ਕਰਣੀ ਕਾਰ ਤੁਰਹੋ ਫੁਰਮਾਈ, ਆਪ ਮੁਆ ਮਨ ਮਾਰੀ। ਨਾਨਕ ਨਾਮ ਮਹਾਰਸ ਮੀਠਾ, ਤ੍ਰਿਸ਼ਨਾ ਨਾਮ ਨਿਵਾਰੀ। ਕਰਣੀ ਕਾਰ ਤੁਰਹੋ ਫੁਰਮਾਈ, ਆਪ ਮੁਆ ਮਨ ਮਾਰੀ। ਨਾਨਕ ਨਾਮ ਮਹਾਰਸ ਮੀਠਾ, ਤ੍ਰਿਸ਼ਨਾ ਨਾਮ ਨਿਵਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਨਾਸਰੀ ਮਹੱਲਾ ਪਹਿਲਾ। ਜੀਵਾ ਤੇਰਾ ਨਾਏ, ਮਨ ਆਨੰਦ ਹੈ ਜੀਓ। ਸਾਚੋ ਸਾਚਾ ਨਾਉ, ਗੁਣ ਗੋਬਿੰਦ ਹੈ ਜੀਓ। ਹੁਣੇ ਅਸੀਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੇ ਗਏ ਅੱਜ ਦੇ ਹੁਕਮਨਾਮੇ ਦੀ ਰਿਕਾਰਡਿੰਗ ਸਰਵਣ ਕੀਤੀ ਹੈ। ਅੱਜ ਦਾ ਹੁਕਮਨਾਮਾ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਰਾਗ ਧਨਾਸਰੀ ਦੇ ਵਿੱਚ ਵਿਚਾਰਨ ਕੀਤਾ ਹੋਇਆ ਸ਼ਬਦ ਹੈ, ਜਿਹੜਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 688 ਅੰਗ ਤੇ ਸੁਸ਼ੋਭਿਤ ਹੈ। ਅੱਜ ਦੇ ਹੁਕਮਨਾਮੇ ਦੀ ਪੰਜਾਬੀ ਵਿਆਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਤਰ੍ਹਾਂ ਪ੍ਰਕਾਸ਼ਿਤ ਕੀਤੀ ਹੈ। ਧਨਾਸਰੀ ਮਹੱਲਾ ਪਹਿਲਾ। ਹੇ ਪ੍ਰਭੂ ਜੀ, ਤੇਰੇ ਨਾਮ ਵਿੱਚ ਜੁੜ ਕੇ ਮੇਰੇ ਅੰਦਰ ਆਤਮਿਕ ਜੀਵਨ ਪੈਦਾ ਹੁੰਦਾ ਹੈ, ਮੇਰੇ ਮਨ ਵਿੱਚ ਖੁਸ਼ੀ ਪੈਦਾ ਹੁੰਦੀ ਹੈ। ਹੇ ਭਾਈ, ਪਰਮਾਤਮਾ ਦਾ ਨਾਮ ਸਦਾ ਸਥਿਰ ਰਹਿਣ ਵਾਲਾ ਹੈ।
ਪ੍ਰਭੂ ਗੁਣਾਂ ਦਾ ਖਜ਼ਾਨਾ ਹੈ ਤੇ ਧਰਤੀ ਦੇ ਜੀਵਾਂ ਦੇ ਦਿਲਾਂ ਦੀਆਂ ਜਾਣਨ ਵਾਲਾ ਹੈ। ਗੁਰੂ ਦਾ ਬਖਸ਼ਿਆ ਗਿਆਨ ਦੱਸਦਾ ਹੈ ਕਿ ਸਿਰਜਣਹਾਰ ਪ੍ਰਭੂ ਬੇਅੰਤ ਹੈ। ਜਿਸ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹੀ ਇਸ ਨੂੰ ਨਾਸ ਕਰਦਾ ਹੈ। ਜਦੋਂ ਉਸ ਦੇ ਹੁਕਮ ਦੇ ਵਿੱਚ ਭੇਜਿਆ ਹੋਇਆ ਮੌਤ ਦਾ ਸੱਦਾ ਆਉਂਦਾ ਹੈ, ਤਾਂ ਕੋਈ ਜੀਵ ਉਸ ਸੱਦੇ ਨੂੰ ਮੋੜ ਨਹੀਂ ਸਕਦਾ। ਪਰਮਾਤਮਾ ਆਪ ਹੀ ਜੀਵਾਂ ਨੂੰ ਪੈਦਾ ਕਰਕੇ ਆਪ ਹੀ ਸੰਭਾਲ ਕਰਦਾ ਹੈ। ਆਪ ਹੀ ਹਰੇਕ ਜੀਵ ਦੇ ਸਿਰ ਉੱਤੇ ਉਸਦੇ ਕੀਤੇ ਕਰਮਾਂ ਅਨੁਸਾਰ ਲੇਖਾ ਲਿਖਦਾ ਹੈ। ਆਪ ਹੀ ਜੀਵ ਨੂੰ ਸਹੀ ਜੀਵਨ ਰਾਹ ਦੀ ਸੂਝ ਬਖਸ਼ਦਾ ਹੈ। ਮਾਲਕ ਪ੍ਰਭੂ ਅਪਹੁੰਚ ਹੈ। ਜੀਵਾਂ ਦੇ ਗਿਆਨ ਇੰਦਰੀਆਂ ਦੀ ਉਸ ਤੱਕ ਪਹੁੰਚ ਨਹੀਂ ਹੋ ਸਕਦੀ। ਹੇ ਨਾਨਕ, ਉਸ ਦੇ ਦਰ ਤੇ ਅਰਦਾਸ ਕਰ ਤੇ ਆਖ ਕਿ ਹੇ ਪ੍ਰਭੂ, ਤੇਰੀ ਸਦਾ ਕਾਇਮ ਰਹਿਣ ਵਾਲੀ ਸਿਫਤ ਸਲਾਹ ਕਰਕੇ ਮੇਰੇ ਅੰਦਰ ਆਤਮਿਕ ਜੀਵਨ ਪੈਦਾ ਹੁੰਦਾ ਹੈ। ਮੈਨੂੰ ਆਪਣੀ ਸਿਫਤ ਸਲਾਹ ਬਖਸ਼। ਹੇ ਪ੍ਰਭੂ ਜੀ, ਤੇਰੇ ਬਰਾਬਰ ਦਾ ਹੋਰ ਕੋਈ ਨਹੀਂ। ਹੋਰ ਜਿਹੜਾ ਵੀ ਜਗਤ ਦੇ ਵਿੱਚ ਆਇਆ ਹੈ, ਉਹ ਇੱਥੋਂ ਆਖਰ ਚਲਾ ਜਾਏਗਾ। ਤੂੰ ਸਦਾ ਹੀ ਕਾਇਮ ਰਹਿਣ ਵਾਲਾ ਹੈ। ਜਿਸ ਮਨੁੱਖ ਦੀ ਭਟਕਣਾ ਗੁਰੂ ਦੂਰ ਕਰਦਾ ਹੈ, ਪ੍ਰਭੂ ਦੇ ਹੁਕਮ ਅਨੁਸਾਰ ਉਸ ਦੇ ਜਨਮ ਮਰਨ ਦਾ ਗੇੜ ਦਾ ਖਾਤਮਾ ਹੋ ਜਾਂਦਾ ਹੈ। ਗੁਰੂ ਜਿਸ ਦੀ ਭਟਕਣਾ ਦੂਰ ਕਰਦਾ ਹੈ, ਉਸ ਪਾਸੋਂ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਾਉਂਦਾ ਹੈ, ਜਿਸ ਦੇ ਗੁਣ ਬਿਆਨ ਤੋਂ ਪਰੇ ਨੇ। ਉਹ ਮਨੁੱਖ ਸਦਾ ਥਿਰ ਪ੍ਰਭੂ ਦੀ ਯਾਦ ਦੇ ਵਿੱਚ ਰਹਿੰਦਾ ਹੈ। ਸਦਾ ਥਿਰ ਪ੍ਰਭੂ ਉਸ ਦੇ ਹਿਰਦੇ ਵਿੱਚ ਪ੍ਰਗਟ ਹੋ ਜਾਂਦਾ ਹੈ। ਉਹ ਮਨੁੱਖ ਰਜਾ ਦੇ ਮਾਲਕ ਪ੍ਰਭੂ ਦਾ ਹੁਕਮ ਪਛਾਣ ਲੈਂਦਾ ਹੈ ਤੇ ਸਮਝ ਲੈਂਦਾ ਹੈ ਕਿ ਪ੍ਰਭੂ ਆਪ ਹੀ ਪੈਦਾ ਕਰਦਾ ਹੈ ਤੇ ਆਪ ਹੀ ਆਪਣੇ ਵਿੱਚ ਲੀਨ ਕਰ ਲੈਂਦਾ ਹੈ। ਹੇ ਪ੍ਰਭੂ, ਜਿਸ ਮਨੁੱਖ ਨੇ ਤੇਰੀ ਸਿਫਤ ਸਲਾਹ ਦੀ ਦਾਤ ਗੁਰੂ ਤੋਂ ਪ੍ਰਾਪਤ ਕਰ ਲਈ ਹੈ, ਤੂੰ ਉਸ ਦੇ ਮਨ ਵਿੱਚ ਆ ਵਸਦਾ ਹੈ ਤੇ ਅੰਤ ਸਮੇਂ ਵੀ ਉਸ ਦਾ ਸਾਥੀ ਬਣਦਾ ਹੈ। ਹੇ ਨਾਨਕ, ਮਾਲਕ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ। ਉਸ ਵਰਗਾ ਹੋਰ ਕੋਈ ਨਹੀਂ। ਉਸ ਦੇ ਦਰ ਤੇ ਅਰਦਾਸ ਕਰ ਤੇ ਆਖ ਕਿ ਹੇ ਪ੍ਰਭੂ, ਤੇਰੇ ਨਾਮ ਵਿੱਚ ਜੁੜਿਆਂ ਲੋਕ ਪਰਲੋਕ ਦੇ ਵਿੱਚ ਆਦਰ ਮਿਲਦਾ ਹੈ। ਹੇ ਆਦਰਸ਼ਟ ਰਚਨਹਾਰ, ਤੂੰ ਸਦਾ ਸਥਿਰ ਰਹਿਣ ਵਾਲਾ ਹੈ ਤੇ ਸਭ ਜੀਵਾਂ ਦਾ ਪੈਦਾ ਕਰਨ ਵਾਲਾ ਹੈ। ਇੱਕੋ ਸਿਰਜਣਹਾਰ ਹੀ ਸਾਰੇ ਜਗਤ ਦਾ ਮਾਲਕ ਹੈ। ਉਸ ਨੇ ਜੰਮਣਾ ਤੇ ਮਰਨਾ ਦੋ ਰਾਸਤੇ ਚਲਾਏ ਨੇ। ਉਸੇ ਦੀ ਰਜ਼ਾ ਅਨੁਸਾਰ ਜਗਤ ਦੇ ਵਿੱਚ ਝਗੜੇ ਵੱਧਦੇ ਨੇ। ਦੋਵੇਂ ਰਾਸਤੇ ਪ੍ਰਭੂ ਨੇ ਹੀ ਤੋਰੇ ਨੇ। ਸਾਰੇ ਜੀਵ ਉਸ ਦੇ ਹੁਕਮ ਵਿੱਚ ਹਨ। ਉਸ ਦੇ ਹੁਕਮ ਅਨੁਸਾਰ ਜਗਤ ਜੰਮਦਾ ਤੇ ਮਰਦਾ ਰਹਿੰਦਾ ਹੈ। ਜੀਵ ਨਾਮ ਨੂੰ ਭੁਲਾ ਕੇ ਮਾਇਆ ਦੇ ਮੋਹ ਦਾ ਜ਼ਹਿਰ ਰੂਪ ਭਾਰ ਆਪਣੇ ਸਿਰ ਉੱਤੇ ਇਕੱਠਾ ਕਰੀ ਜਾਂਦਾ ਹੈ ਤੇ ਇਹ ਨਹੀਂ ਸਮਝਦਾ ਕਿ ਪਰਮਾਤਮਾ ਦੇ ਨਾਮ ਤੋਂ ਬਿਨਾਂ ਹੋਰ ਕੋਈ ਵੀ ਸਾਥੀ ਮਿੱਤਰ ਨਹੀਂ ਬਣ ਸਕਦਾ। ਜੀਵ ਪਰਮਾਤਮਾ ਦੇ ਹੁਕਮ ਅਨੁਸਾਰ ਜਗਤ ਦੇ ਵਿੱਚ ਆਉਂਦਾ ਹੈ, ਪਰ ਮਾਇਆ ਦੇ ਮੋਹ ਵਿੱਚ ਫਸ ਕੇ ਉਸ ਹੁਕਮ ਨੂੰ ਸਮਝਦਾ ਨਹੀਂ। ਪ੍ਰਭੂ ਆਪ ਹੀ ਜੀਵ ਨੂੰ ਆਪਣੇ ਹੁਕਮ ਅਨੁਸਾਰ ਸਿੱਧੇ ਰਾਹ ਪਾ ਕੇ ਸਵਾਰਨ ਦੇ ਸਮਰੱਥ ਹੈ। ਹੇ ਨਾਨਕ, ਗੁਰੂ ਦੇ ਸ਼ਬਦ ਦੇ ਵਿੱਚ ਜੁੜਿਆਂ ਇਹ ਪਛਾਣ ਆਉਂਦੀ ਹੈ ਕਿ ਜਗਤ ਦਾ ਮਾਲਕ ਸਦਾ ਸਥਿਰ ਰਹਿਣ ਵਾਲਾ ਹੈ ਤੇ ਸਭ ਦਾ ਪੈਦਾ ਕਰਨ ਵਾਲਾ ਹੈ। ਹੇ ਭਾਈ, ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਪਰਮਾਤਮਾ ਦੀ ਹਜ਼ੂਰੀ ਦੇ ਵਿੱਚ ਸੋਭਦੇ ਹਨ, ਕਿਉਂਕਿ ਗੁਰੂ ਦੇ ਸ਼ਬਦ ਦੀ ਬਰਕਤ ਦੇ ਨਾਲ ਉਹ ਆਪਣੇ ਜੀਵਨ ਨੂੰ ਸੋਹਣਾ ਬਣਾ ਲੈਂਦੇ ਨੇ। ਉਹ ਬੰਦੇ ਆਤਮਿਕ ਜੀਵਨ ਦੇਣ ਵਾਲੀ ਬਾਣੀ ਆਪਣੀ ਜੀਭ ਦੇ ਨਾਲ ਉਚਾਰਦੇ ਰਹਿੰਦੇ ਨੇ। ਜੀਵ ਨੂੰ ਉਸ ਬਾਣੀ ਦੇ ਨਾਲ ਇੱਕ ਰਸ ਕਰ ਲੈਂਦੇ ਨੇ। ਭਗਤ ਜਨ ਪ੍ਰਭੂ ਦੇ ਨਾਮ ਦੇ ਨਾਲ ਜੀਵ ਨੂੰ ਰਸਾ ਲੈਂਦੇ ਨੇ ਤੇ ਨਾਮ ਦੇ ਵਿੱਚ ਜੁੜ ਕੇ ਨਾਮ ਵਾਸਤੇ ਉਸ ਦੀ ਪਿਆਸ ਵੱਧਦੀ ਹੈ। ਗੁਰੂ ਦੇ ਸ਼ਬਦ ਦੀ ਰਾਹੀਂ ਉਹ ਪ੍ਰਭੂ ਨਾਮ ਤੋਂ ਸਦਕੇ ਹੁੰਦੇ ਨੇ। ਨਾਮ ਦੀ ਖਾਤਰ ਹੋਰ ਸਭ ਸਰੀਰਕ ਸੁੱਖ ਕੁਰਬਾਨ ਕਰ ਦਿੰਦੇ ਨੇ। ਹੇ ਪ੍ਰਭੂ, ਜਦੋਂ ਭਗਤ ਜਨ ਤੇਰੇ ਮਨ ਦੇ ਵਿੱਚ ਪਿਆਰੇ ਲੱਗਦੇ ਨੇ ਤਾਂ ਉਹ ਗੁਰੂ ਪਾਰਸ ਦੇ ਨਾਲ ਛੋਹ ਕੇ ਆਪ ਵੀ ਪਾਰਸ ਹੋ ਜਾਂਦੇ ਨੇ। ਹੋਰਨਾਂ ਨੂੰ ਪਵਿੱਤਰ ਜੀਵਨ ਦੇਣ ਯੋਗੇ ਹੋ ਜਾਂਦੇ ਨੇ। ਜਿਹੜੇ ਬੰਦੇ ਆਪਾ ਭਾਵ ਦੂਰ ਕਰਦੇ ਨੇ,
ਉਹਨਾਂ ਨੂੰ ਉਹ ਆਤਮਿਕ ਦਰਜਾ ਮਿਲ ਜਾਂਦਾ ਹੈ ਜਿੱਥੇ ਆਤਮਿਕ ਮੌਤ ਅਸਰ ਨਹੀਂ ਕਰ ਸਕਦੀ। ਪਰ ਅਜਿਹਾ ਕੋਈ ਬਿਰਲਾ ਹੀ ਗੁਰੂ ਦੇ ਦਿੱਤੇ ਗਿਆਨ ਦੀ ਵਿਚਾਰ ਕਰਨ ਵਾਲਾ ਬੰਦਾ ਹੁੰਦਾ ਹੈ। ਹੇ ਨਾਨਕ, ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਸਦਾ ਸਿਰ ਪ੍ਰਭੂ ਦੇ ਦਰ ਤੇ ਸੋਭਾ ਪਾਉਂਦੇ ਨੇ। ਉਹ ਆਪਣੇ ਸਾਰੇ ਜੀਵਨ ਦੇ ਵਿੱਚ ਸਦਾ ਸਿਰ ਪ੍ਰਭੂ ਦੇ ਨਾਮ ਦਾ ਹੀ ਵਣਜ ਕਰਦੇ ਨੇ। ਜਦੋਂ ਤੱਕ ਮੈਂ ਮਾਇਆ ਵਾਸਤੇ ਭੁੱਖਾ ਪਿਆਸਾ ਰਹਿੰਦਾ ਹਾਂ, ਤਦ ਤੱਕ ਮੈਂ ਕਿਸੇ ਤਰ੍ਹਾਂ ਵੀ ਪ੍ਰਭੂ ਦੇ ਦਰ ਤੇ ਨਹੀਂ ਪਹੁੰਚ ਸਕਦਾ। ਮਾਇਆ ਦੀ ਤ੍ਰਿਸ਼ਨਾ ਦੂਰ ਕਰਨ ਦਾ ਇਲਾਜ ਮੈਂ ਜਾ ਕੇ ਆਪਣੇ ਗੁਰੂ ਤੋਂ ਪੁੱਛਦਾ ਹਾਂ ਤੇ ਉਸ ਦੀ ਸਿੱਖਿਆ ਅਨੁਸਾਰ ਮੈਂ ਪਰਮਾਤਮਾ ਦਾ ਨਾਮ ਸਿਮਰਦਾ ਹਾਂ। ਨਾਮ ਹੀ ਤ੍ਰਿਸ਼ਨਾ ਦੂਰ ਕਰਦਾ ਹੈ। ਗੁਰੂ ਦੀ ਸ਼ਰਨ ਪੈ ਕੇ ਮੈਂ ਸਦਾ ਸਿਰ ਨਾਮ ਸਿਮਰਦਾ ਹਾਂ, ਸਦਾ ਸਿਰ ਪ੍ਰਭੂ ਦੀ ਸਿਫਤ ਸਲਾਹ ਉਚਾਰਦਾ ਹਾਂ ਤੇ ਸਦਾ ਸਿਰ ਪ੍ਰਭੂ ਦੇ ਨਾਲ ਸਾਂਝ ਪਾਉਂਦਾ ਹਾਂ। ਮੈਂ ਹਰ ਰੋਜ਼ ਉਸ ਪ੍ਰਭੂ ਦਾ ਨਾਮ ਮੂੰਹੋਂ ਬੋਲਦਾ ਹਾਂ ਜੋ ਦੀਨਾਂ ਦਾ ਸਹਾਰਾ ਹੈ, ਜੋ ਦਇਆ ਦਾ ਸੋਮਾ ਹੈ ਤੇ ਜਿਸ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ। ਪਰਮਾਤਮਾ ਨੇ ਜਿਸ ਮਨੁੱਖ ਨੂੰ ਆਪਣੀ ਹਜ਼ੂਰੀ ਤੋਂ ਹੀ ਨਾਮ ਸਿਮਰਨ ਦੀ ਕਰਨ ਯੋਗ ਕਾਰ ਕਰਨ ਦਾ ਹੁਕਮ ਦਿੱਤਾ, ਉਹ ਮਨੁੱਖ ਆਪਣੇ ਮਨ ਨੂੰ ਮਾਇਆ ਵੱਲੋਂ ਮਾਰ ਕੇ ਤ੍ਰਿਸ਼ਨਾ ਦੇ ਪ੍ਰਭਾਵ ਤੋਂ ਬਚ ਜਾਂਦਾ ਹੈ। ਹੇ ਨਾਨਕ, ਉਸ ਮਨੁੱਖ ਨੂੰ ਪ੍ਰਭੂ ਦਾ ਨਾਮ ਹੀ ਮਿੱਠਾ ਤੇ ਹੋਰ ਸਭ ਰਸਾਂ ਤੋਂ ਸ੍ਰੇਸ਼ਟ ਲੱਗਦਾ ਹੈ। ਉਸ ਨੇ ਨਾਮ ਸਿਮਰਨ ਦੀ ਬਰਕਤ ਦੇ ਨਾਲ ਮਾਇਆ ਦੀ ਤ੍ਰਿਸ਼ਨਾ ਆਪਣੇ ਅੰਦਰੋਂ ਦੂਰ ਕਰ ਲਈ ਹੁੰਦੀ ਹੈ। ਇਹ ਸੀ ਅੱਜ ਦੇ ਹੁਕਮਨਾਮੇ ਦੀ ਪੰਜਾਬੀ ਵਿਆਖਿਆ। ਆਓ ਇੱਕ ਸ਼ਬਦ ਸਰਵਨ ਕਰਦੇ ਹਾਂ ਤੇ ਉਸ ਤੋਂ ਦੂਜੇ ਪਾਸੇ ਅਸੀਂ ਆਪ ਜੀ ਦੇ ਨਾਲ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ ਸਾਂਝੀ ਕਰਾਂਗੇ। बहुत जन्म बिछड़े थे माधो, बहुत जन्म बिछड़े थे माधो, बहुत जन्म एहो जन्म तुम्हारे, एहो जन्म तुम्हारे लेखे, बहुत जन्म बिछड़े थे माधो, बहुत जन्म बिछड़े थे माधो, बहुत जन्म एहो जन्म तुम्हारे, एहो जन्म तुम्हारे लेखे, बहुत जन्म बिछड़े थे माधो, बहुत जन्म। कह रविदास आस लग जीवो, चिर पयो दर्शन देखे, कह रविदास आस लग जीवो, चिर पयो दर्शन देखे, एहो जन्म तुम्हारे, एहो जन्म तुम्हारे लेखे, बहुत जन्म बिछड़े थे माधो, बहुत जन्म बिछड़े थे माधो, बहुत
जन्म तुम्हारे, एहो जन्म तुम्हारे लेखे बहुत जन्म बिछड़े थे माधो, बहुत जन्म बिछड़े थे माधो, बहुत जन्म। हम सर दीन दयाल न तुम सर, अब पतियार क्या कीजै। हम सर दीन दयाल न तुम सर, अब पतियार क्या कीजै। बचनी तोर मोर मन माने, जन को पूरन दीजै। एहो जन्म तुम्हारे, एहो जन्म तुम्हारे लेखे बहुत जन्म बिछड़े थे माधो, बहुत जन्म बिछड़े थे माधो, बहुत जन्म। एहो जन्म तुम्हारे, एहो जन्म तुम्हारे लेखे बहुत जन्म बिछड़े थे माधो, बहुत जन्म बिछड़े थे माधो, बहुत जन्म। बल बल जाओ रमैया कारने, कारण कवन बोले। बल बल जाओ रमैया कारने, कारण कवन बोले। एहो जन्म तुम्हारे, एहो जन्म तुम्हारे लेखे बहुत जन्म बिछड़े थे माधो, बहुत जन्म बिछड़े थे माधो, बहुत जन्म। एहो जन्म तुम्हारे, एहो जन्म तुम्हारे लेखे
बिछड़े थे माधो बहुत जन्म बिछड़े थे माधो बहुत जन्म कह रविदास आस लग जीवो चिर पयो दर्शन देखे कह रविदास 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 आस लग जीवो चिर पयो दर्शन देखे देखे चिर पयो दर्शन दे दर्शन देखे दर्शन देखे चिर पयो दर्शन देखे दर्शन देखे चिर पयो दर्शन देखे चिर पयो दर्शन देखे कह रविदास आस लग जीवो चिर भयो दर्शन देखे एहो जन्म तुम्हारे एहो जन्म तुम्हारे लेके बहुत जन्म बिछड़े थे माधो बहुत जन्म बिछड़े थे माधो बहुत जन्म एहो जन्म तुम्हारे एहो जन्म तुम्हारे लेके बहुत जन्म बिछड़े थे माधो 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 बहुत जन्म 97.3 FM ਤੇ ਆਪ ਜੀ ਸਰਵਨ ਕਰ ਰਹੇ ਹੋ ਕੋਹਿਨੂਰ ਰੇਡੀਓ ਤੇ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਸਿੱਖ ਵਿਰਸਾ ਤੇ ਆਓ ਚੱਲਦੇ ਹਾਂ ਹੁਣ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ ਵੱਲ ਜਿਹੜੀ ਕਿ ਧੰਨਵਾਦ ਸਹਿਤ ਅਸੀਂ ਪ੍ਰਾਪਤ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੈਬਸਾਈਟ ਤੋਂ ਤਨਾਸਰੀ ਫਸਟ ਮਹਿਲ I live by your name. My mind is ecstasy. Lord, true is the name of the true Lord. Glorious are praises of the Lord of the universe. Infinite is the spiritual wisdom imparted by the Guru. The Creator Lord who created shall also destroy. The call of death is sent out by the Lord's command. No one can challenge it
He himself creates and watches. His written command is above each and every head. He himself imparts understanding of and awareness. O Nanak, the Lord Master is inaccessible and unformable. I live by his true name. No one can compare to you, Lord. All come and go. By your command, the account is settled and doubt is dispelled. The Guru dispels doubt and makes us speak the unspoken speech. The true ones are absorbed in the truth. He himself creates and he himself destroys. I accept the command of the Commander Lord. True greatness comes from the Guru. You alone are the mind's companion in the end. O Nanak, there is no other than the Lord and Master. Greatness comes from your name. You are the true Creator Lord, the unknowable Maker. There is only the one Lord and Master, but there are two paths by which complex increases. All follow these two paths. By the hukam of the Lord's command, the world is born only to die. Without the name of the Lord, the mortal has no friend at all. He carries loads of sin on his head. By the hukam of the Lord's command, he comes, but he does not understand this hukam. The Lord's hukam is embellished, O Nanak, through the Shabad, the word of Lord and Master, the true Creator Lord is realized. Your devotees look beautiful in your court, embellished with the Shabad. They chant the ambrosial word of his Vani, savoring it with their tongues, savoring it with their tongues. Their thirst for the Naam, they are a sacrifice to the word of the Guru's Shabad. Touching the philosopher's stone, they become the philosopher's stone, which transforms lead into gold. O Lord, they become pleasing to your mind. They attain the immortal status and eradicate their self-conceit. How rare is that person who contemplates spiritual wisdom. O Nanak, the devotees look beautiful in the court of the true Lord. They are dealers in the truth. I am hungry and thirsty for wealth. How will I be able to go to Lord's court then? I shall go and ask the true Guru and meditate on the name of the Lord. I meditate on the true name, chant the true name, and as Gurmukh, I realize the true name. Night and day I chant the name of the merciful, immaculate Lord, the Master of the poor. The primal Lord has ordained the task to be done. Self-conceit is overcome, and the mind is subdued. O Nanak, the Naam is sweetest essence. Through the Naam, thirst and desire are stilled. ਇਹ ਸੀ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟ੍ਰਾਂਸਲੇਸ਼ਨ। ਅੱਜ ਦਾ ਹੁਕਮਨਾਮਾ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਹਨਾਂ ਦਾ ਰਾਗ ਧਨਾਸਰੀ ਦੇ ਵਿੱਚ ਉਚਾਰਨ ਕੀਤਾ ਸ਼ਬਦ ਸੀ ਤੇ ਇਸ ਹਫ਼ਤੇ ਭਗਤ ਰਵਿਦਾਸ ਜੀ ਮਹਾਰਾਜ ਉਹਨਾਂ ਦਾ ਜਨਮ ਦਿਹਾੜਾ ਸਾਰੇ ਸੰਸਾਰ ਦੇ ਵਿੱਚ ਮਨਾਇਆ ਗਿਆ ਹੈ। ਸਾਡੇ ਵੱਲੋਂ ਕੋਟਾਨ ਕੋਟਾਨ ਵਧਾਈ ਹੋਵੇ ਤੇ ਆਓ ਅਗਲਾ ਸ਼ਬਦ ਜਿਹੜਾ ਆਰਤੀ ਰੂਪ ਦੇ ਵਿੱਚ
ਭਗਤ ਰਵਿਦਾਸ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਸਰਵਣ ਕਰਦੇ ਹਾਂ। ਨਾਮ ਤੇਰੂ ਆਰਤੀ, 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 ਨਾਮ ਤੇਰੋ ਆਰਤੀ, ਨਾਮ ਤੇਰੋ ਆਰਤੀ, ਨਾਮ ਤੇਰੋ ਆਰਤੀ, ਨਾਮ ਤੇਰੋ ਆਰਤੀ। ਵਾਹਿਗੁਰੂ 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 ਵਾਹਿਗੁਰੂ। ਨਾਮ ਤੇਰੂ ਆਰਤੀ, 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 ਨਾਮ ਤੇਰੂ ਆਰਤੀ। ਨਾਮ ਤੇਰੋ ਆਰਤੀ ਭਜਨ ਮੁਰਾਰੇ, ਨਾਮ ਤੇਰੋ ਆਰਤੀ ਭਜਨ ਮੁਰਾਰੇ। ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ, ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ, ਨਾਮ ਬਿਨ ਝੂਠੇ ਸਗਲ ਪਸਾਰੇ। ਨਾਮ ਤੇਰੂ ਆਰਤੀ, 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 ਨਾਮ ਤੇਰੂ ਆਰਤੀ। ਨਾਮ ਤੇਰੋ ਆਸਨੋ, ਨਾਮ ਤੇਰੋ ਰਸਾ, ਨਾਮ ਤੇਰੋ ਆਸਨੋ, ਨਾਮ ਤੇਰੋ ਰਸਾ। ਨਾਮ ਤੇਰਾ ਕੇਸਰੋ ਲੈ ਛਿਟਕਾਰੇ, ਨਾਮ ਤੇਰਾ ਅੰਬੁਲਾ, ਨਾਮ ਤੇਰੋ ਚੰਦਨੋ, ਨਾਮ ਤੇਰਾ ਅੰਬੁਲਾ, ਨਾਮ ਤੇਰੋ ਚੰਦਨੋ। ਕਸ ਜਪੇ ਨਾਮ ਲੈ ਤੁਝੇ ਕੋ ਚਾਰੇ, ਕਸ ਜਪੇ ਨਾਮ ਲੈ ਤੁਝੇ ਕੋ ਚਾਰੇ, ਕਸ ਜਪੇ ਨਾਮ ਲੈ ਤੁਝੇ ਕੋ ਚਾਰੇ। ਨਾਮ ਤੇਰੂ ਆਰਤੀ, 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 ਨਾਮ ਤੇਰੂ
तेरा दीवा नाम तेरो बाती, नाम तेरा दीवा नाम तेरो बाती, नाम तेरो तेल ले माए पसारे, नाम तेरे की जोत लगाई, नाम तेरे की जोत लगाई, पयो जयारो पवन सगलारे, पयो जयारो पवन सगलारे, पयो जयारो पवन सगलारे। नाम तेरो आरती, 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 नाम तेरो आरती। नाम तेरो तागा नाम फूल माला, नाम तेरो तागा नाम फूल माला, पार 18 सगल जुठारे, तेरो किया तुझे क्या अरपूं, तेरो किया तुझे क्या अरपूं, नाम तेरा तू ही चवर टुलारे, नाम तेरा तू ही चवर टुलारे, नाम तेरा तू ही चवर टुलारे। नाम तेरो आरती, नाम तेरो आरती। दस अठ अठ सठ चारे खाणी, दस अठ अठ सठ चारे खाणी, ए है वरतन है सगल संसारे, कह रविदास नाम तेरो आरती, कह रविदास नाम तेरो आरती, सात नाम है हर भोग तुहारे, सात नाम है हर भोग तुहारे, सात नाम है हर भोग तुहारे। नाम तेरो आरती, 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 नाम तेरो आरती। वाहिगुरु 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 वाहिगुरु
ਵਾਹਿਗੁਰੂ 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 ਨਾਮ ਤੇਰੋ ਆਰਤੀ 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 ਨਾਮ ਤੇਰੋ ਆਰਤੀ। ਹਾਂਜੀ, ਨਾਮ ਤੇਰੋ ਆਰਤੀ ਇਹ ਸ਼ਬਦ ਭਗਤ ਰਵਿਦਾਸ ਜੀ ਮਹਾਰਾਜ ਉਹਨਾਂ ਦਾ ਉਚਾਰਨ ਕੀਤਾ ਹੋਇਆ ਹੈ। ਤੇ ਜਿਵੇਂ ਕਿ ਅਸੀਂ ਦੱਸਿਆ ਕਿ ਪਿਛਲੇ ਆ ਜਿਹੜੀ ਵੀਕ ਗਈ ਹੈ ਇਹਦੇ ਵਿੱਚ 16 ਤਰੀਕ ਨੂੰ ਭਗਤ ਰਵਿਦਾਸ ਜੀ ਮਹਾਰਾਜ ਉਹਨਾਂ ਦਾ ਜਨਮ ਦਿਹਾੜਾ ਸਾਰੀ ਦੁਨੀਆ ਦੇ ਵਿੱਚ ਮਨਾਇਆ ਗਿਆ। ਸਾਡੇ ਵੱਲੋਂ ਇੱਕ ਵਾਰ ਫੇਰ ਸਭ ਨੂੰ ਲੱਖ ਲੱਖ ਵਧਾਈ ਹੋਵੇ। ਤੇ ਆਓ ਇਹ ਜਿਹੜਾ ਆਰਤੀ ਦਾ ਸ਼ਬਦ ਹੈ ਬਹੁਤ ਹੀ ਇਹਦੇ ਵਿੱਚ ਉਹਨਾਂ ਨੇ ਸਾਨੂੰ ਗਿਆਨ ਬਖਸ਼ਿਆ ਹੈ। ਇਹਦੇ ਜਿਹੜੇ ਅੱਖਰੀ ਅਰਥ ਨੇ ਉਹ ਆਪ ਜੀ ਦੇ ਨਾਲ ਸਾਂਝੇ ਕਰਦੇ ਹਾਂ। ਨਾਮ ਤੇਰੋ ਆਰਤੀ ਮਜਨ ਮੁਰਾਰੇ। ਹੇ ਪ੍ਰਭੂ, ਅਣਜਾਣ ਲੋਕ ਮੂਰਤੀਆਂ ਦੀ ਆਰਤੀ ਕਰਦੇ ਨੇ, ਪਰ ਮੇਰੇ ਲਈ ਤੇਰਾ ਨਾਮ ਤੇਰੀ ਆਰਤੀ ਹੈ ਤੇ ਤੀਰਥਾਂ ਦਾ ਇਸ਼ਨਾਨ ਹੈ। Your name, Lord, is my adoration and cleansing bath. ਹਰ ਕੇ ਨਾਮ ਬਿਨ ਝੂਠੇ ਸਗਲ ਪਾਸਾਰੇ ਰਹਾਉ। ਹੇ ਭਾਈ, ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਹੋਰ ਸਾਰੇ ਅਡੰਬਰ ਕੂੜੇ ਹਨ, ਭਾਵ ਕੇ ਝੂਠੇ ਨੇ। ਰਹਾਉ ਦੀ ਪੰਕਤੀ ਹੈ। Without the name of the Lord, all ostentatious displays are useless. Pause. ਨਾਮ ਤੇਰੋ ਆਸਨੋ, ਨਾਮ ਤੇਰੋ ਉਰਸਾ, ਨਾਮ ਤੇਰਾ ਕੇਸਰੋ ਲੈ ਛਿਟਕਾਰੇ। ਤੇਰਾ ਨਾਮ ਮੇਰੇ ਲਈ ਜਿੱਦਾਂ ਕਿ ਪੰਡਤਾਂ ਨੇ ਆਸਣ ਬਣਾਇਆ ਹੁੰਦਾ ਹੈ, ਮੇਰੇ ਲਈ ਪੰਡਤਾਂ ਵਾਲਾ ਆਸਣ ਹੈ ਜਿਸ ਉੱਤੇ ਉਹ ਬੈਠ ਕੇ ਮੂਰਤੀ ਦੀ ਪੂਜਾ ਕਰਦੇ ਨੇ। ਤੇ ਤੇਰਾ ਨਾਮ ਹੀ ਚੰਦਨ ਘਸਾਉਣ ਲਈ ਸੈੱਲ ਹੈ। ਮੂਰਤੀ ਪੂਜਣ ਵਾਲਾ ਮਨੁੱਖ ਸਿਰ ਉੱਤੇ ਕੇਸਰ ਘੋਲ ਕੇ ਮੂਰਤੀ ਦੇ ਕੇਸਰ ਛਿੜਕਦਾ ਹੈ, ਪਰ ਮੇਰੇ ਲਈ ਤਾਂ ਤੇਰਾ ਨਾਮ ਹੀ ਕੇਸਰ ਹੈ। Your name is my prayer mat and your name is the stone to grind the sandalwood. Your name is the saffron which I take and sprinkle in offering to you. ਨਾਮ ਤੇਰਾ ਅੰਬਲਾ, ਨਾਮ ਤੇਰੋ ਚੰਦਨੋ, ਘਸ ਜਪੇ ਨਾਮ ਲੈ ਤੁਝ ਹੈ ਕੋ ਚਾਰੇ। ਹੇ ਮੁਰਾਰ, ਤੇਰਾ ਨਾਮ ਹੀ ਪਾਣੀ ਹੈ, ਨਾਮ ਹੀ ਚੰਦਨ ਹੈ। ਇਸ ਨਾਮ ਚੰਦਨ ਨੂੰ ਨਾਮ ਪਾਣੀ ਨੂੰ ਦੇ ਨਾਲ ਘਸਾ ਕੇ ਤੇਰੇ ਨਾਮ ਦਾ ਸਿਮਰਨ ਰੂਪ ਚੰਦਨ ਹੀ ਮੈਂ ਤੇਰੇ ਉੱਤੇ ਲਾਉਂਦਾ ਹਾਂ।
Your name is the water, and your name is the sandalwood. The chanting of your name is the grinding of the sandalwood. I take it and offer all this to you. ਨਾਮ ਤੇਰਾ ਦੀਵਾ, ਨਾਮ ਤੇਰੋ ਬਾਤੀ, ਨਾਮ ਤੇਰੋ ਤੇਲ ਲੈ ਮਾਹੇ ਪਸਾਰੇ। हे प्रभु, तेरा नाम दीवा है, नाम ही दीवे दी बत्ती है, नाम ही तेल है जो लेके मैं नाम दीवे दे विच पाया है। Your name is the lamp and your name is the wick. Your name is the oil I pour into it. नाम तेरे की जोत लगाई, भयो उजियारो भवन सगलारे। मैं तेरे नाम ਦੀ ਹੀ ਜੋਤ ਜਗਾਈ ਹੈ, ਜਿਸ ਦੀ ਬਰਕਤ ਦੇ ਨਾਲ ਸਾਰੇ ਭਵਨਾਂ ਦੇ ਵਿੱਚ ਚਾਨਣ ਹੋ ਗਿਆ ਹੈ। Your name is the light applied to this lamp, which enlightens and illuminates the entire world. ਨਾਮ ਤੇਰੋ ਤਾਗਾ, ਨਾਮ ਫੂਲ ਮਾਲਾ, ਭਾਰ ਅਠਾਰ ਹੈ ਸਗਲ ਜੂਠਾਰੇ। ਤੇਰਾ ਨਾਮ ਮੈਂ ਧਾਗਾ ਬਣਾਇਆ ਹੈ, ਨਾਮ ਨੂੰ ਹੀ ਮੈਂ ਫੁੱਲ ਤੇ ਫੁੱਲਾਂ ਦੀ ਮਾਲਾ ਬਣਾਇਆ ਹੈ। ਹੋਰ ਸਾਰੀ ਬਨਸਪਤੀ ਜਿਸ ਤੋਂ ਲੋਕ ਫੁੱਲ ਲੈ ਕੇ ਮੂਰਤੀਆਂ ਦੇ ਅੱਗੇ ਭੇਟ ਧਰਦੇ ਨੇ, ਤੇਰੇ ਨਾਮ ਦੇ ਟਾਕਰੇ ਤੇ ਜੂਠੀ ਹੈ। Your name is the thread and your name is the garland of flowers. The 18th loads of vegetation are all too impure to offer to you. तेरा किया तुझ है क्या अर्पो, नाम तेरा तुही जबर ढुलारे। ਇਹ ਸਾਰੀ ਕੁਦਰਤ ਤਾਂ ਤੇਰੀ ਬਣਾਈ ਹੋਈ ਹੈ, ਤੇਰੀ ਪੈਦਾ ਕੀਤੀ ਹੋਈ ਦੇ ਵਿੱਚੋਂ ਮੈਂ ਤੇਰੇ ਅੱਗੇ ਕੀ ਰੱਖਾਂ। ਸੋ ਮੈਂ ਤੇਰਾ ਨਾਮ ਰੂਪ ਚੌਰ ਹੀ ਤੇਰੇ ਉੱਤੇ ਚਲਾਉਂਦਾ ਹਾਂ। ਭਾਵ ਆਰਤੀ ਆਦਿਕ ਦੇ ਅਡੰਬਰ ਕੂੜੇ ਨੇ, ਸਿਮਰਨ ਹੀ ਜ਼ਿੰਦਗੀ ਦਾ ਸਹੀ ਰਸਤਾ ਹੈ। Why should I offer to you that which you yourself created? Your name is the fan which I wave over you. 10 ਅਠਾ 8 ਸਠੇ ਚਾਰੇ ਖਾਣੀ ਇਹ ਬਰਤਨ ਹੈ ਸਗਲ ਸੰਸਾਰੇ। ਸਾਰੇ ਸੰਸਾਰ ਦੀ ਨਿੱਤ ਦੀ ਕਾਰ ਤਾਂ ਇਹ ਹੈ ਕਿ ਤੇਰਾ ਨਾਮ ਭੁਲਾ ਕੇ 18 ਪੁਰਾਣਾਂ ਦੀਆਂ ਕਹਾਣੀਆਂ ਦੇ ਵਿੱਚ ਪਰਚੇ ਹੋਏ ਨੇ। 18 ਤੀਰਥਾਂ ਦੇ ਇਸ਼ਨਾਨ ਨੂੰ ਹੀ ਪੁੰਨ ਕਰਮ ਸਮਝ ਕੇ ਬੈਠੇ ਨੇ ਤੇ ਇਸੇ ਤਰ੍ਹਾਂ 4 ਖਾਣੀਆਂ ਦੀਆਂ ਜੂਨਾਂ ਦੇ ਵਿੱਚ ਭਟਕ ਰਹੇ ਨੇ। The whole world is engrossed in the 18 Puranas and 68 sacred shrines of pilgrimage and the 4 sources of creation. ਕਹੈ ਰਵਿਦਾਸ ਨਾਮ ਤੇਰੋ ਆਰਤੀ, ਸਤ ਨਾਮ ਹੈ ਹਰ ਭੋਗ ਤੁਹਾਰੇ। ਭਗਤ ਰਵਿਦਾਸ ਜੀ ਮਹਾਰਾਜ ਆਖਦੇ ਨੇ ਕਿ हे ਪ੍ਰਭੂ, ਤੇਰਾ ਨਾਮ ਹੀ ਮੇਰੇ ਲਈ ਤੇਰੀ ਆਰਤੀ ਹੈ, ਤੇਰੇ ਸਦਾ ਕਾਇਮ ਰਹਿਣ ਵਾਲੇ ਨਾਮ ਦਾ ਹੀ ਭੋਗ ਮੈਂ ਤੈਨੂੰ ਲਗਾਉਂਦਾ। Says Ravidas, your name is my arti, my lamplit worship service. The true name Satnam is the food which I offer to you. So ਇਹ ਸੀ ਆਰਤੀ ਦੇ ਸ਼ਬਦ ਦੇ ਸ਼ਬਦਾਰਥ ਤੇ ਭਗਤ ਰਵਿਦਾਸ ਜੀ ਮਹਾਰਾਜ ਨੇ ਸਾਨੂੰ ਉਸ ਪਰਮਾਤਮਾ ਦੇ ਨਾਮ ਨਾਲ ਜੋੜਿਆ ਹੈ, ਕਿਸੇ ਮੂਰਤੀ ਪੂਜਾ ਦੇ ਨਾਲ ਨਹੀਂ। ਇਹ ਗੱਲ ਵੱਖਰੀ ਹੈ ਕਿ ਅੱਜ ਦੇ ਦਿਨ ਦੇ ਵਿੱਚ ਮਨੁੱਖਾਂ ਨੇ ਉਹਨਾਂ ਅਵਤਾਰਾਂ, ਉਹਨਾਂ ਗੁਰੂਆਂ ਦੇ ਵੀ ਬੁੱਤ ਬਣਾਉਣੇ ਸ਼ੁਰੂ ਕਰ ਦਿੱਤੇ ਨੇ, ਜਿਨ੍ਹਾਂ ਨੇ ਇਸ ਦੁਨੀਆ ਨੂੰ ਉਸ ਪਰਮਾਤਮਾ ਦੇ ਨਾਲ ਜੋੜਨ ਲਈ ਕਿਹਾ ਸੀ। ਤੇ ਆਓ ਚੱਲਦੇ ਹਾਂ, ਅਗਲਾ ਸ਼ਬਦ ਸਰਵਣ ਕਰਦੇ ਹਾਂ, ਜਿਸ ਨੂੰ ਗਾਇਨ ਕੀਤਾ ਹੈ ਭਾਈ ਮਨਿੰਦਰ ਸਿੰਘ ਜੀ ਸ੍ਰੀਨਗਰ ਵਾਲਿਆਂ ਨੇ। अंतर कैसा
ਜੋ ਪੈ ਹੰਨਾ ਪਾਪ ਕਰੰਤਾ ਐ ਅਨੰਤਾ ਜੋ ਪੈ ਹੰਨਾ ਪਾਪ ਕਰੰਤਾ ਐ ਅਨੰਤਾ ਪਤਿਤ ਪਾਵੰਤਾ कैसे हुंता कैसे हुंता कनक कटक जल तरंग जैसा जल तरंग जैसा कनक कटक जल तरंग जैसा जल तरंग जैसा तो ही मोही 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 अंतर कैसा तो ही मोही तो ही अंतर कैसा तुम जो नायक आछो अंतर जामी तुम जो नायक आछो अंतर जामी प्रभ ते जन जानी जय जन ते स्वामी कनक कटक जल तरंग जैसा जल तरंग जैसा कनक कटक जल तरंग जैसा जल तरंग जैसा तो ही मोही मोही तो ही अंतर कैसा तो ही मोही मोही तो ही अंतर कैसा शरीर आराधे मोको विचार देहु शरीर आराधे मोको विचार देहु रविदास संदल समझावे तो कनक कटक जल तरंग जैसा जल तरंग जैसा कनक कटक जल तरंग जैसा जल तरंग जैसा तो ही मोही मोही तो ही अंतर कैसा तो ही मोही मोही तो ही अंतर कैसा ਹਾਂਜੀ, ਇਹ ਸਨ ਭਾਈ ਮਨਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਣ ਕੀਤਾ ਤੇ ਆਪ ਜੀ ਸੁਣ ਰਹੇ ਹੋ ਪ੍ਰੋਗਰਾਮ ਸਿੱਖ ਵਿਰਸਾ 97.3 FM ਤੇ ਕੋਹਿਨੂਰ ਰੇਡੀਓ ਤੋਂ।
ਤੇ ਆਓ ਚੱਲਦੇ ਹਾਂ। ਅੱਜ ਦਾ ਜਿਹੜਾ ਹੈ ਲੇਖ ਹੈ ਭਗਤ ਰਵਿਦਾਸ ਜੀ ਦੀ ਬਾਣੀ ਦੇ ਵਿੱਚ ਮੁਕਤੀ ਦਾ ਸੰਕਲਪ, ਪ੍ਰੋਫੈਸਰ ਸੀਤਲ ਸਿੰਘ ਜੀ ਉਹਨਾਂ ਨੇ ਲਿਖਿਆ ਹੈ। ਤੇ ਅਸੀਂ ਇਹ ਲੇਖ ਗੁਰਮਤਿ ਪ੍ਰਕਾਸ਼ ਜਿਹੜਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਹੀਨੇ ਬਾਅਦ ਜਿਹੜਾ ਹੈ ਪੇਪਰ ਛਪਦਾ ਹੈ, ਫਰਵਰੀ 2009 ਦਾ ਅੰਕ, ਉਹਦੇ ਵਿੱਚੋਂ ਲਿਆ ਹੈ। ਪ੍ਰੋਫੈਸਰ ਸਾਹਿਬ ਲਿਖਦੇ ਨੇ, ਕ੍ਰਾਂਤੀਕਾਰੀ, ਸਮਾਜ ਸੁਧਾਰਕ, ਮਹਾਚਿੰਤਕ, ਵਿਚਾਰਕ, ਕਰਮਯੋਗੀ, ਮਹਾਗਿਆਨੀ, ਸੰਤ ਸ਼੍ਰੋਮਣੀ ਤੇ ਯੁੱਗ ਪੁਰਸ਼ ਭਗਤ ਰਵਿਦਾਸ ਜੀ ਦਾ ਮੱਧਕਾਲੀ ਉੱਤਰ ਭਾਰਤ ਦੀ ਸੰਤ ਪਰੰਪਰਾ ਦੇ ਵਿੱਚ ਮਹੱਤਵਪੂਰਨ ਸਥਾਨ ਹੈ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਪ ਜੀ ਦੀ ਬਾਣੀ ਦੇ 40 ਸ਼ਬਦ ਤੇ ਇੱਕ ਸ਼ਲੋਕ ਦਰਜ ਕੀਤਾ ਹੈ। ਭਗਤ ਰਵਿਦਾਸ ਜੀ ਮੂਲ ਰੂਪ ਦੇ ਵਿੱਚ ਅਨੁਭਵੀ ਸਾਧਕ ਸਨ। ਇਸ ਲਈ ਉਹਨਾਂ ਆਪਣੀ ਬਾਣੀ ਦੇ ਵਿੱਚ ਦਰਸ਼ਨ ਦੇ ਵਿਭਿੰਨ ਸੰਕਲਪਾਂ, ਪਰਮਾਤਮਾ, ਜੀਵਾਤਮਾ, ਮਾਇਆ ਤੇ ਮੁਕਤੀ ਸੰਬੰਧੀ ਵਿਚਾਰ ਸਵੈ ਆਤਮਕ ਅਨੁਭਵ ਤੋਂ ਪੇਸ਼ ਕੀਤੇ ਨੇ। ਜਿਹੋ ਜਿਹਾ ਉਹਨਾਂ ਨੂੰ ਉਸ ਪਰਮਾਤਮਾ ਨੇ ਅਨੁਭਵ ਬਖਸ਼ਿਆ, ਉਹ ਉਹਨਾਂ ਨੇ ਆਪਣੀ ਬਾਣੀ ਦੇ ਵਿੱਚ ਸਾਡੇ ਨਾਲ ਸਾਂਝਾ ਕੀਤਾ ਹੈ, ਸਾਨੂੰ ਉਪਦੇਸ਼ ਬਖਸ਼ਿਆ ਹੈ। ਭਾਰਤੀ ਦਰਸ਼ਨ ਦੇ ਵਿੱਚ ਧਰਮ, ਅਰਥ, ਕਾਮ, ਮੋਕਸ਼ ਦੇ ਵਿੱਚੋਂ ਮੋਕਸ਼ ਨੂੰ ਉੱਤਮ ਮੰਨਿਆ ਗਿਆ ਹੈ। ਭਗਤ ਰਵਿਦਾਸ ਜੀ ਨੇ ਵੀ ਮੁਕਤੀ ਨੂੰ ਅੰਤਮ ਲਕਸ਼ ਦੱਸਿਆ ਹੈ। ਆਪ ਨੇ ਮੁਕਤੀ ਲਈ ਬੇਗਮਪੁਰਾ, ਜੀਵਤ ਮੁਕਤ, ਪਰਮਾਨੰਦ, ਛੁਟਕਤ, ਬੱਜਰ ਕਪਾਟ, ਕਟ ਹੈ ਜਮ ਫਾਸਾ ਤੇ ਤਜੀਲੇ ਸਰਬ ਜੰਜਾਲ ਆਦਿ ਸ਼ਬਦਾਂ ਦੇ ਵਾਕਾਂਸ਼ਾਂ ਦੀ ਵਰਤੋਂ ਕੀਤੀ ਹੈ। ਭਗਤ ਜੀ ਅਨੁਸਾਰ ਜੀਵ ਆਤਮਾ ਪਰਮਾਤਮਾ ਦੀ ਅੰਸ਼ ਹੈ, ਬ੍ਰਹਮ ਰੂਪ ਹੈ। ਜੀਵ ਆਤਮਾ ਤੇ ਪਰਮਾਤਮਾ ਦੀ ਦੂਰੀ ਦਾ ਕਾਰਨ ਮਾਇਆ ਹੈ। ਮਾਇਆ ਦੀ ਦਲਦਲ ਦੇ ਵਿੱਚ ਫਸ ਕੇ ਜੀਵ ਆਤਮਾ ਪਰਮਾਤਮਾ ਨੂੰ ਵਿਸਾਰ ਦਿੰਦੀ ਹੈ। ਇਸ ਤ੍ਰੈਗੁਣੀ ਮਾਇਆ ਦੇ ਤ੍ਰਿਵਿਧ ਤਾਪਾਂ ਤੋਂ ਛੁਟਕਾਰਾ ਪ੍ਰਾਪਤ ਕਰਕੇ ਪਰਮਾਤਮਾ ਦੇ ਨਾਲ ਮਿਲਾਪ ਦੀ ਮੁਕਤੀ ਹੈ। ਡਾਕਟਰ ਜਸਵੀਰ ਸਿੰਘ ਸਾਬਰ ਅਨੁਸਾਰ ਅਸਲ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ ਦੇ ਵਿੱਚ ਪਰੰਪਰਾਗਤ ਮੁਕਤੀ ਦੀ ਲੋਚਾ ਕਰਨ ਦੀ ਬਜਾਏ ਜੀਵਨ ਮੁਕਤੀ ਦੀ ਇੱਛਾ ਪ੍ਰਗਟਾਈ ਗਈ ਹੈ। ਇਹ ਜੀਵਨ ਮੁਕਤੀ ਲੌਕਿਕਤਾ ਦੇ ਨਾਲ ਜੁੜੀ ਹੋਈ ਅਥਵਾ ਪ੍ਰਾਪਤ ਹੋਏ ਦੁਰਲਭ ਜਨਮ ਨੂੰ ਸਫਲਾ ਬਣਾਉਣ ਦੀ ਇੱਛਾ ਪ੍ਰਗਟਾਉਂਦੀ ਹੈ। ਭਗਤ ਰਵਿਦਾਸ ਜੀ ਦੀ ਬਾਣੀ ਦੇ ਵਿੱਚ ਮੁਕਤੀ ਦਾ ਅਰਥ ਮਾਇਆਵਈ ਸੰਸਾਰ ਦੇ ਸੁੱਖਾਂ, ਦੁੱਖਾਂ, ਕਲੇਸ਼ਾਂ, ਮੋਹ, ਮਮਤਾ ਅਥਵਾ ਗ੍ਰਹਿਸਥ ਜੀਵਨ ਦੇ ਸਾਰੇ ਬੰਧਨਾਂ ਦੇ ਵਿੱਚੋਂ ਨਿਕਲ ਕੇ ਪਰਮ ਪਿਤਾ ਪਰਮਾਤਮਾ ਦੇ ਵਿੱਚ ਹਮੇਸ਼ਾ ਲਈ ਇੱਕਮਿਕ ਤੇ ਇੱਕ ਰਸ ਹੋਣ ਦਾ ਨਾਮ ਹੈ। ਭਗਤ ਰਵਿਦਾਸ ਜੀ ਅਨੁਸਾਰ ਪਰਮਾਤਮਾ ਤੇ ਜੀਵ ਆਤਮਾ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਅੰਤਰ ਨਹੀਂ ਹੈ। ਜਿਸ ਤਰ੍ਹਾਂ ਸੋਨਾ ਤੇ ਸੋਨੇ ਤੋਂ ਬਣੇ ਗਹਿਣਿਆਂ ਤੇ ਪਾਣੀ ਦੇ ਵਿੱਚੋਂ ਉੱਠੀਆਂ ਤਰੰਗਾਂ ਦਾ ਸੰਬੰਧ ਹੈ, ਉਸੇ ਤਰ੍ਹਾਂ ਜੀਵ ਆਤਮਾ ਤੇ ਪਰਮਾਤਮਾ ਦਾ ਸੰਬੰਧ ਹੈ। ਜਿਵੇਂ ਕਿ ਅਸੀਂ ਹੁਣੇ ਇਹ ਸ਼ਬਦ ਸਰਵਣ ਕੀਤਾ ਹੈ, ਤੋਹੀ ਮੋਹੀ ਮੋਹੀ ਤੋਹੀ, ਅੰਤਰ ਕੈਸਾ ਕਨਕ ਕਟਿਕ ਜਲ ਤਰੰਗ ਜੈਸਾ। ਸਮੁੱਚਾ ਜਗਤ ਪਰਮਾਤਮਾ ਤੋਂ ਪੈਦਾ ਹੋਇਆ ਹੈ। ਸਰਵੈ ਏਕ ਅਨੇਕੈ ਸੁਆਮੀ, ਸਭ ਘਟ ਭੋਗ ਵੈ ਸੋਈ। ਅੰਤਰ ਸਿਰਫ ਮਾਇਆ ਕਾਰਨ ਹੈ। ਜੀਵ ਮਾਇਆ ਦੇ ਕਾਰਨ ਵਿਸ਼ੇ ਵਿਕਾਰਾਂ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਵਿੱਚ ਪੈ ਕੇ ਪਰਮਾਤਮਾ ਨੂੰ ਵਿਸਾਰ ਕੇ ਆਵਾਗਮਨ ਦੇ ਚੱਕਰਾਂ ਦੇ ਵਿੱਚ ਫਸਿਆ ਹੋਇਆ ਹੈ। ਇਨ ਪੰਚਨ ਮੇਰੋ ਮਨ ਜੋ ਵਿਗਾਰਿਓ, ਪਲ ਪਲ ਹਰ ਜੀ ਤੇ ਅੰਤਰ ਪਾਰਿਓ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 710। ਤੇ ਇਸੇ ਤਰ੍ਹਾਂ ਅੰਗ 486 ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਫਰਮਾਉਂਦੇ ਨੇ, ਮ੍ਰਿਗ, ਮੀਨ, ਭ੍ਰਿੰਗ, ਪਤੰਗ, ਕੁੰਚਰ, ਏਕ ਦੋਖ ਵਿਨਾਸ਼, ਪੰਚ ਦੋਖ ਅਸਾਧ ਜਾਮਹਿ, ਤਾਂ ਕੀ ਕੇਤਕ ਆਸ। ਇਸ ਮਾਇਆ ਦੇ ਪ੍ਰਭਾਵ ਅਧੀਨ ਜੀਵ ਦੀ ਮੱਤ ਮਲੀਨ ਹੋ ਜਾਂਦੀ ਹੈ ਤੇ ਉਹ ਪਾਰ ਬ੍ਰਹਮ ਨੂੰ ਸਮਝਣ ਤੋਂ ਅਸਮਰੱਥ ਹੋ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 346 ਅੰਕ ਤੇ ਫਰਮਾਉਂਦੇ ਨੇ, ਮਲਨ ਭਈ ਮਤ ਮਾਧਵਾ, ਤੇਰੀ ਗਤ ਲਖੀ ਨਾ ਜਾਏ।
ਭਗਤ ਰਵਿਦਾਸ ਜੀ ਖੂਹ ਦੇ ਡੱਡੂਆਂ ਦਾ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਨੇ, ਉਦਾਹਰਨ ਦੇ ਕੇ ਸਮਝਾਉਂਦੇ ਨੇ ਕਿ ਜਿਸ ਤਰ੍ਹਾਂ ਖੂਹ ਦੇ ਵਿੱਚ ਰਹਿੰਦੇ ਡੱਡੂਆਂ ਨੂੰ ਬਾਹਰ ਦੇ ਦੇਸ਼ ਪ੍ਰਦੇਸ਼ ਦੀ ਕੋਈ ਖਬਰ ਨਹੀਂ ਰਹਿੰਦੀ, ਇਸੇ ਤਰ੍ਹਾਂ ਵਿਸ਼ੇ ਵਿਕਾਰਾਂ ਦੇ ਵਿੱਚ ਮੋਹੇ ਹੋਏ ਜੀਵ ਨੂੰ ਵੀ ਲੋਕ ਪਰਲੋਕ ਦੀ ਕੋਈ ਸੋਝੀ ਨਹੀਂ ਰਹਿੰਦੀ। ਆਪ ਜੀ ਫਰਮਾਉਂਦੇ ਨੇ, ਕੂਪ ਭਰਿਓ ਜੈਸੇ ਦਾਦਰਾ, ਕਛ ਦੇਸ਼ ਵਿਦੇਸ਼ ਨਾ ਸੂਝ, ਐਸੇ ਮੇਰਾ ਮਨ ਵਿਖਿਆ ਬਿਮੋਹਿਆ, ਕਛ ਆਰਾ ਪਾਰ ਨ ਸੂਝ। ਇਸ ਲਈ ਭਗਤ ਰਵਿਦਾਸ ਜੀ ਕਹਿੰਦੇ ਨੇ ਕਿ ਜੀਵ ਆਤਮਾ ਨੂੰ ਮਾਇਆਵੀ ਸੰਸਾਰ ਦੇ ਪਦਾਰਥਾਂ ਦੇ ਵਿੱਚੋਂ ਮਨ ਨੂੰ ਕੱਢ ਕੇ ਤਨ ਮਨ ਨੂੰ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਪਿਤ ਕਰਕੇ ਹੀ ਬੱਜਰ ਕਪਾਟ ਅਗਿਆਨਤਾ ਦੇ ਪਰਦੇ ਨੂੰ ਹਟਾਇਆ ਜਾ ਸਕਦਾ ਹੈ। ਉਨ ਮਨ ਹੀ ਮਿਲੇ ਛੁਟਕਤ ਬੱਜਰ ਕਪਾਟ। ਤੇ ਇਸੇ ਤਰ੍ਹਾਂ ਤਨ ਮਨ ਅਰਪੋ ਪੂਜ ਚਿਰਾਵੋ, ਗੁਰ ਪ੍ਰਸਾਦ ਨਿਰੰਜਨ ਪਾਵੋ। ਭਗਤ ਰਵਿਦਾਸ ਜੀ ਦੀ ਬਾਣੀ ਦੇ ਵਿੱਚ ਮੁਕਤੀ ਦੇ 3 ਸਾਧਨ ਗਿਆਨ ਮਾਰਗ, ਕਰਮ ਮਾਰਗ ਤੇ ਭਗਤੀ ਮਾਰਗ ਦਰਸਾਏ ਗਏ ਨੇ। ਮੁਕਤੀ ਪ੍ਰਾਪਤੀ ਦੇ ਵਿੱਚ ਇਹਨਾਂ ਤਿੰਨਾਂ ਦਾ ਬਹੁਤ ਹੀ ਮਹੱਤਵ ਹੈ। ਜੀਵ ਆਤਮਾ ਨੂੰ ਆਪਣੀ ਵਾਸਤਵਿਕਤਾ ਦੀ ਸੂਝ ਹੋ ਜਾਣੀ ਹੀ ਗਿਆਨ ਹੈ। ਤੇ ਜਦੋਂ ਜੀਵ ਦੀ ਮੱਤ ਵਿਕਾਰਾਂ ਦੇ ਵਿੱਚ ਮਲੀਨ ਹੋ ਜਾਂਦੀ ਹੈ ਤਾਂ ਉਹ ਪਰਮਾਤਮਾ ਦੇ ਸਰੂਪ ਨੂੰ ਸਮਝਣ ਤੋਂ ਬਿਲਕੁਲ ਅਸਮਰੱਥ ਹੋ ਜਾਂਦਾ ਹੈ। ਭਗਤ ਰਵਿਦਾਸ ਜੀ ਅਨੁਸਾਰ ਆਤਮਿਕ ਸੂਝ ਹੀ ਜੀਵ ਨੂੰ ਭਰਮ ਦੇ ਵਿੱਚੋਂ ਕੱਢ ਸਕਦੀ ਹੈ। ਵਾਸਤਵਿਕਤਾ ਦਾ ਗਿਆਨ ਹੋ ਜਾਣ ਤੇ ਹੀ ਮੁਕਤੀ ਦੀ ਪ੍ਰਾਪਤੀ ਹੋ ਜਾਂਦੀ ਹੈ। ਪਰ ਇੱਥੇ ਧਿਆਨ ਦੇਣ ਯੋਗ ਨੁਕਤਾ ਇਹ ਹੈ ਕਿ ਭਗਤ ਰਵਿਦਾਸ ਜੀ ਗਿਆਨ ਤੇ ਜ਼ੋਰ ਨਹੀਂ ਦਿੰਦੇ, ਸਗੋਂ ਗੁਰੂ ਦੇ ਗਿਆਨ ਤੇ ਜ਼ੋਰ ਦਿੰਦੇ ਨੇ। ਗੁਰੂ ਦੇ ਗਿਆਨ ਦੇ ਨਾਲ ਹੀ ਜੀਵ ਮਾਇਆ ਦੇ ਮੋਹ ਜਾਲ ਦੇ ਵਿੱਚੋਂ ਨਿਕਲ ਕੇ ਪਰਮਾਨੰਦ ਦੀ ਪ੍ਰਾਪਤੀ ਕਰ ਲੈਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 486 ਅੰਗ ਤੇ ਫਰਮਾਇਆ ਗਿਆ ਹੈ, ਰਵਿਦਾਸ ਉਦਾਸ ਤਜ ਭ੍ਰਮ, ਤਪਨ ਤਪ ਗੁਰ ਗਿਆਨ, ਭਗਤ ਜਨ ਭੈ ਹਰਨ, ਪਰਮਾਨੰਦ ਕਰਹੁ ਨਿਦਾਨ। ਭਗਤ ਰਵਿਦਾਸ ਜੀ ਦੀ ਬਾਣੀ ਦੇ ਵਿੱਚ ਕਰਮ ਮਾਰਗ ਦਾ ਵੀ ਮਹੱਤਵ ਪ੍ਰਗਟਾਇਆ ਗਿਆ ਹੈ। ਉਹਨਾਂ ਅਨੁਸਾਰ ਚੰਗਿਆਂ ਮਾੜਿਆਂ ਕਰਮਾਂ ਤੋਂ ਛੁਟਕਾਰਾ ਸਤ ਸੰਗਤ, ਨਾਮ ਸਿਮਰਨ ਤੇ ਗੁਰੂ ਦੀ ਕਿਰਪਾ ਦੁਆਰਾ ਹੀ ਹੋ ਸਕਦਾ ਹੈ। ਗੁਰੂ ਦੀ ਮਿਹਰ ਸਦਕਾ ਕਰਮਾਂ ਦਾ ਲੇਖਾ ਜੋਖਾ ਖਤਮ ਹੋ ਜਾਂਦਾ ਹੈ। ਸਾਧੂ ਕੀ ਜੋ ਲਿਓਏ ਓਟ, ਤੇਰੇ ਮਿਟਹਿ ਪਾਪ ਸਭ ਕੋਟ ਕੋਟ। ਭਗਤ ਰਵਿਦਾਸ ਜੀ ਅਨੁਸਾਰ ਕਰਮ ਕਾਂਡੀ ਪੂਜਾ ਕਰਨ ਵਾਲੇ ਪਰਮਾਤਮਾ ਨਾਲ ਇੱਕਮਿਕਤਾ ਪ੍ਰਾਪਤ ਨਹੀਂ ਕਰ ਸਕਦੇ, ਕਿਉਂਕਿ ਕਰਮ ਕਾਂਡ ਤਾਂ ਹੰਕਾਰ ਦਾ ਕਾਰਨ ਬਣਦੇ ਨੇ। ਇਸ ਲਈ ਹੰਕਾਰ ਦੀ ਭਾਵਨਾ ਦੇ ਵਿੱਚ ਪ੍ਰਭੂ ਪ੍ਰਾਪਤੀ ਕਿਵੇਂ ਹੋ ਸਕਦੀ ਹੈ। ਹਮ ਵੱਡ ਕਬ ਕੁਲੀਨ ਹਮ ਪੰਡਿਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਤੇ, ਇਹ ਵਿਦ ਕਭੈ ਨਾ ਨਾਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 974। ਭਗਤ ਰਵਿਦਾਸ ਜੀ ਅਨੁਸਾਰ ਕਰਮਾਂ ਦੀ ਮਹੱਤਤਾ ਉਦੋਂ ਤੱਕ ਹੁੰਦੀ ਹੈ ਜਦੋਂ ਤੱਕ ਜੀਵ ਆਤਮਾ ਨੂੰ ਗਿਆਨ ਪ੍ਰਾਪਤ ਨਹੀਂ ਹੁੰਦਾ। ਜਦੋਂ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ ਤਾਂ ਕਰਮਾਂ ਦਾ ਮਹੱਤਵ ਖਤਮ ਹੋ ਜਾਂਦਾ ਹੈ। ਜਿਵੇਂ ਫਲਦਾਰ ਰੁੱਖ ਤੇ ਪਹਿਲਾਂ ਫੁੱਲ ਖਿੜਦੇ ਨੇ, ਫਲ ਲੱਗਣ ਤੇ ਜਿਹੜੇ ਨੇ ਫੁੱਲ ਝੜ ਜਾਂਦੇ ਨੇ। ਫਲ ਕਾਰਨ ਫੂਲੀ ਬਨਰਾਏ, ਫਲ ਲਾਗਾ ਤਬ ਫੂਲ ਬਿਲਾਏ। ਗਿਆਨੇ ਕਾਰਨ ਕਰਮ ਅਭਿਆਸ, ਗਿਆਨ ਭਇਆ ਤਾਂ ਕਰਮ ਹੈ ਨਾਸ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 1167। ਭਗਤ ਰਵਿਦਾਸ ਜੀ ਨੇ ਮੁਕਤੀ ਲਈ ਸਭ ਤੋਂ ਵੱਧ ਜ਼ੋਰ ਭਗਤੀ ਮਾਰਗ ਤੇ ਦਿੱਤਾ ਹੈ। ਡਾਕਟਰ ਕੁਲਵੰਤ ਕੌਰ ਅਨੁਸਾਰ ਭਗਤ ਰਵਿਦਾਸ ਜੀ ਲਈ ਪਰਮ ਪਦ ਦੀ ਪ੍ਰਾਪਤੀ ਦਾ ਇੱਕੋ ਇੱਕ ਸਾਧਨ ਉਸ ਦੀ ਭਗਤੀ ਹੈ, ਜਿਸ ਨੂੰ ਸਹਿਜ ਭਗਤੀ, ਪ੍ਰੇਮ ਭਗਤੀ ਜਾਂ ਭਾਵ ਭਗਤੀ ਕੋਈ ਵੀ ਨਾਂ ਦਿੱਤਾ ਜਾ ਸਕਦਾ ਹੈ। ਉਹਨਾਂ ਦੀ ਭਗਤੀ ਦਾ ਮਾਰਗ ਕਿਸੇ ਕਰਮਕਾਂਡ, ਬਾਹਰੀ ਅਡੰਬਰ ਤੇ ਝੂਠੇ ਦਿਖਾਵੇ ਦਾ ਮਥਾਜ ਨਹੀਂ, ਸਗੋਂ ਨਿਰੋਲ ਪ੍ਰੇਮ ਪਿਆਰ ਤੇ ਆਧਾਰਿਤ ਹੈ।
ਇਸ ਲਈ ਦੂਜੇ ਮਾਰਗਾਂ ਯੋਗ, ਕਰਮ ਤੇ ਗਿਆਨ ਮਾਰਗ ਦਾ ਮਹੱਤਵ ਇਸ ਕਰਕੇ ਹੀ ਹੈ ਕਿ ਇਹ ਪ੍ਰੇਮ ਭਗਤੀ ਨੂੰ ਹੋਰ ਪ੍ਰਚੰਡ ਕਰਦੇ ਨੇ। ਸਮੁੱਚੀ ਭਗਤ ਰਵਿਦਾਸ ਜੀ ਦੀ ਬਾਣੀ ਦਾ ਕੇਂਦਰੀ ਨੁਕਤਾ ਭਗਤੀ ਨਾਲ ਸੰਬੰਧਿਤ ਦੂਸਰੇ ਪਹਿਲੂ ਹਨ। ਇੰਜ ਭਗਤ ਰਵਿਦਾਸ ਜੀ ਦੇ ਭਾਵ ਪ੍ਰੇਮ ਭਗਤੀ ਰੂਪ ਬ੍ਰਿਕਸ਼ ਨੂੰ ਗਿਆਨ ਦੀਆਂ ਟਾਹਣੀਆਂ ਤੇ ਕਰਮ ਦੇ ਫਲ ਫੁੱਲ ਲੱਗਦੇ ਨੇ। ਭਗਤ ਰਵਿਦਾਸ ਜੀ ਅਨੁਸਾਰ ਪ੍ਰਭੂ ਭਗਤੀ ਸਭ ਤੋਂ ਸ੍ਰੇਸ਼ਟ ਮਾਰਗ ਹੈ। ਪ੍ਰਭੂ ਭਗਤੀ ਕਰਨ ਦੇ ਨਾਲ ਜੀਵ ਵਿਸ਼ੇ ਵਿਕਾਰਾਂ ਤੋਂ ਛੁਟਕਾਰਾ ਪ੍ਰਾਪਤ ਕਰ ਲੈਂਦਾ ਹੈ ਤੇ ਨਾਮ ਸਿਮਰਨ ਦੇ ਨਾਲ ਮੁਕਤੀ ਪ੍ਰਾਪਤ ਹੋ ਜਾਂਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 794 ਅੰਗ ਤੇ ਭਗਤ ਰਵਿਦਾਸ ਜੀ ਮਹਾਰਾਜ ਦਾ ਵਾਕ ਹੈ, ਕਹਿ ਰਵਿਦਾਸ ਸਭੈ ਜਗ ਲੂਟਿਆ, ਹਮ ਤੋ ਏਕ ਨਾ ਰਾਮ ਕਹਿ ਛੂਟਿਆ। ਤੇ ਇਸੇ ਤਰ੍ਹਾਂ ਹਰ 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 ਹਰੇ, ਹਰ ਸਿਮਰਤ ਜਨ ਗਏ ਨਿਸਤਰ ਤਰੇ। ਭਗਤੀ ਸਾਧਨਾ ਦੇ ਪ੍ਰਮੁੱਖ ਸਾਧਨ ਪ੍ਰੇਮਾ ਭਗਤੀ, ਪ੍ਰਭੂ ਦੀ ਕਿਰਪਾ, ਗੁਰੂ ਤੇ ਗੁਰੂ ਦੀ ਕਿਰਪਾ, ਨਾਮ ਸਿਮਰਨ ਤੇ ਸਤ ਸੰਗਤ ਹਨ। ਪਰਮਾਤਮਾ ਨੂੰ ਪ੍ਰੇਮਾ ਭਗਤੀ ਦੁਆਰਾ ਹੀ ਪਾਇਆ ਜਾ ਸਕਦਾ ਹੈ। ਇਸ ਲਈ ਭਗਤ ਰਵਿਦਾਸ ਜੀ ਕਹਿੰਦੇ ਨੇ ਕਿ ਹੇ ਪਰਮਾਤਮਾ, ਤੂੰ ਸਾਨੂੰ ਸੰਸਾਰ ਦੇ ਮੋਹ ਦੇ ਵਿੱਚ ਜਕੜਿਆ ਸੀ, ਅਸੀਂ ਤੈਨੂੰ ਆਪਣੇ ਪ੍ਰੇਮ ਜਾਲ ਦੇ ਵਿੱਚ ਜਕੜ ਲਿਆ ਹੈ। ਮੈਂ ਤਾਂ ਤੇਰੀ ਅਰਦਾਸ ਕਰਕੇ ਮੁਕਤ ਹੋ ਜਾਵਾਂਗਾ, ਪਰ ਤੂੰ ਸਾਡੇ ਪ੍ਰੇਮ ਦੇ ਬੰਧਨ ਦੇ ਵਿੱਚੋਂ ਮੁਕਤ ਹੋ ਸਕੇਗਾ। ਭਗਤ ਜੀ ਅਨੁਸਾਰ ਜਬ ਹਮ ਬਾਂਧੇ ਮੋਹ ਫਾਸ, ਹਮ ਪ੍ਰੇਮ ਬੰਧਨ ਤੁਮ ਬਾਂਧੇ, ਆਪਣੇ ਛੂਟਨ ਕੋ ਯਤਨ ਕਰੋ, ਹਮ ਛੂਟੇ ਤੁਮ ਆਰਾਧੇ। ਬਹੁਤ ਵੱਡਾ ਚੈਲੰਜ ਹੈ ਉਸ ਪਰਮਾਤਮਾ ਨੂੰ ਕਿ ਸਾਡੇ ਪ੍ਰੇਮ ਦੇ ਬੰਧਨ ਦੇ ਵਿੱਚੋਂ ਛੁੱਟ ਕੇ ਦਿਖਾ। ਅਸੀਂ ਤਾਂ ਛੁੱਟ ਗਏ ਹਾਂ ਮੋਹ ਦੇ ਬੰਧਨ ਦੇ ਵਿੱਚੋਂ। ਭਗਤ ਰਵਿਦਾਸ ਜੀ ਅਨੁਸਾਰ ਮੇਰੀ ਉਸ ਪਰਮਾਤਮਾ ਦੇ ਨਾਲ ਪ੍ਰੀਤ ਪਹਾੜ ਤੇ ਮੋਰ, ਚੰਦ ਤੇ ਚਕੋਰ, ਦੀਵਾ ਤੇ ਬੱਤੀ, ਤੀਰਥ ਤੇ ਯਾਤਰੀ ਵਰਗੀ ਹੈ। ਇਹ ਪਰਮਾਤਮਾ, ਮੈਂ ਤਾਂ ਸਾਰੇ ਸੰਸਾਰ ਨਾਲੋਂ ਪ੍ਰੀਤ ਤੋੜ ਕੇ ਤੇਰੇ ਨਾਲ ਪਾ ਲਈ ਹੈ। ਜੋ ਤੁਮ ਗਿਰਵਰ ਤੋ ਹਮ ਮੋਰਾ, ਜੋ ਤੁਮ ਚੰਦ ਤੋ ਹਮ ਭਏ ਹੈ ਚਕੋਰਾ। ਅੱਗੇ ਜਾ ਕੇ ਭਗਤ ਜੀ ਫਰਮਾਉਂਦੇ ਨੇ, ਜੋ ਤੁਮ ਦੀਵਰਾ ਤੋ ਹਮ ਬਾਤੀ, ਜੋ ਤੁਮ ਤੀਰਥ ਤੋ ਹਮ ਜਾਤੀ, ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ, ਤੁਮ ਸਿਉ ਜੋਰ ਅਵਰ ਸੰਗ ਤੋਰੀ। ਆਪ ਜੀ ਮੱਛੀ ਤੇ ਪਾਣੀ ਦੇ ਪਿਆਰ ਦੀ ਉਦਾਹਰਨ ਦੇ ਕੇ ਵੀ ਸਪਸ਼ਟ ਕਰਦੇ ਨੇ ਕਿ ਇਹੋ ਜਿਹੀ ਪ੍ਰੀਤ ਹੋਣੀ ਚਾਹੀਦੀ ਹੈ ਜਿਹੜੀ ਕਿ ਮੱਛੀ ਦੀ ਪਾਣੀ ਦੇ ਨਾਲ। ਸ਼ਿਕਾਰੀ ਨੇ ਮੱਛੀ ਨੂੰ ਫੜ ਲਿਆ, ਟੋਟੇ ਟੋਟੇ ਕਰਕੇ ਅੱਗ ਉੱਪਰ ਪਕਾ ਕੇ ਖਾ ਲੈਂਦਾ ਹੈ। ਮੱਛੀ ਪੇਟ ਵਿੱਚ ਜਾ ਕੇ ਵੀ ਪਾਣੀ ਮੰਗਦੀ ਹੈ, ਭਾਵ ਕਿ ਜਿਹੜਾ ਮੱਛੀ ਖਾਣ ਵਾਲਾ ਹੈ ਉਹ ਬਾਰ-ਬਾਰ ਪਿਆਸ ਲੱਗਦੀ ਹੈ ਤੇ ਪਾਣੀ ਹੀ ਪੀਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 658 ਅੰਗ ਤੇ ਫਰਮਾਨ ਹੈ, ਮੀਨ ਪਕਰ ਫਾਕਿਓ ਅਰ ਕਾਟਿਓ, ਰਾਧ ਕੀਓ ਬਹੁ ਰਾਨੀ ਬਹੁ ਬਾਨੀ, ਖੰਡ ਖੰਡ ਕਰ ਭੋਜਨ ਕੀਨੋ, ਤਉ ਨਾ ਬਿਸਰਿਓ ਪਾਣੀ। ਇਸ ਲਈ ਭਗਤ ਜੀ ਕਹਿੰਦੇ ਨੇ, ਹੇ ਪਰਮਾਤਮਾ, ਮੈਂ ਸਾਰੇ ਆਸਰੇ ਛੱਡ ਕੇ ਆਪ ਜੀ ਦੀ ਸ਼ਰਨ ਵਿੱਚ ਆ ਗਿਆ। ਹੁਣ ਤੂੰ ਮੇਰੀ ਲਾਜ ਰੱਖ। ਕਹਿ ਰਵਿਦਾਸ ਸਰਨ ਪ੍ਰਭ ਤੇਰੀ, ਜਿਉਂ ਜਾਨਹੁ ਤਿਉਂ ਕਰ ਗਤ ਮੇਰੀ। ਭਗਤ ਜੀ ਅਨੁਸਾਰ ਮਾਇਆ ਦੇ ਵਿੱਚ ਫਸੇ ਜੀਵਾਂ ਦੇ ਮਨ, ਬਚਨ, ਕਰਮ ਦੇ ਵਿੱਚ ਏਕਤਾ ਨਹੀਂ ਰਹਿੰਦੀ। ਪਰ ਜੇਕਰ ਪਰਮਾਤਮਾ ਦੀ ਬਖਸ਼ਿਸ਼ ਹੋ ਜਾਵੇ ਤਾਂ ਉਸ ਦੇ ਸਾਰੇ ਦੁੱਖ ਕੱਟੇ ਜਾਂਦੇ ਨੇ। ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ ਤੇ ਆਤਮਕ ਸੂਝ ਦਾ ਪ੍ਰਕਾਸ਼ ਹੋ ਜਾਂਦਾ ਹੈ। ਆਪ ਜੀ ਫਰਮਾਉਂਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਗ 658 ਤੇ, ਕਹੀਅਤ ਆਨ ਅਚਰੀਅਤ ਅਨ ਕਛ ਸਮਝ ਨਾ ਪਰੈ ਅਪਰ ਮਾਇਆ, ਕਹਿ ਰਵਿਦਾਸ ਉਦਾਸ ਦਾਸ, ਮਤ ਪਰ ਹਰ ਕੋਪ ਕਰਹੁ ਜੀ ਦਇਆ। ਤੇ ਇਸੇ ਤਰ੍ਹਾਂ ਉਪਜਿਓ ਗਿਆਨ ਹੁਆ ਪ੍ਰਗਾਸ, ਕਰ ਕਿਰਪਾ ਲੀਨੇ ਕੀਟ ਦਾਸ। ਭਗਤ ਜੀ ਅਨੁਸਾਰ
ਜੇਕਰ ਪਰਮਾਤਮਾ ਦੀ ਕਿਰਪਾ ਹੋ ਜਾਵੇ ਤਾਂ ਉਹ ਨੀਵਿਆਂ ਨੂੰ ਉੱਚੇ ਬਣਾ ਦਿੰਦਾ ਹੈ। ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਵਾਜ ਗਸਈਆਂ ਮੇਰਾ, ਮਾਥੈ ਛਤਰ ਧਰੈ ਰਹਾਉ। ਜਾਂ ਕੀ ਸ਼ੋਧ ਜਗਤ ਕੋ ਲਾਗੈ, ਤਾਂ ਪਰ ਤੁਹੀਂ ਢਰੈ, ਨੀਚੋਂ ਊਚ ਕਰੈ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਜੀਵਾਤਮਾ ਦੀ ਮੁਕਤੀ ਦੇ ਵਿੱਚ ਗੁਰੂ ਦਾ ਵਿਸ਼ੇਸ਼ ਮਹੱਤਵ ਹੈ। ਗੁਰਬਾਣੀ ਤਾਂ ਗੁਰੂ ਦਾ ਦਰਜਾ ਬਹੁਤ ਉੱਚਾ ਮੰਨਦੀ ਹੈ ਤੇ ਫਰਮਾਨ ਹੈ, ਜੇ ਸੌ ਚੰਦਾ ਉਗਵੈ, ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਭਗਤ ਰਵਿਦਾਸ ਜੀ ਗੁਰੂ ਦੀ ਮਹੱਤਤਾ ਨੂੰ ਪ੍ਰਗਟਾਉਂਦੇ ਹੋਏ ਕਹਿੰਦੇ ਨੇ ਕਿ ਜਿਸ ਤਰ੍ਹਾਂ ਸੂਰਜ ਨਿਕਲਦਿਆਂ ਹੀ ਹਨੇਰਾ ਦੂਰ ਹੋ ਜਾਂਦਾ ਹੈ, ਪਾਰਸ ਦੀ ਛੋਹ ਦੇ ਨਾਲ ਤਾਂਬਾ ਵੀ ਸੋਨਾ ਹੋ ਨਿਬੜਦਾ ਹੈ, ਇਸੇ ਤਰ੍ਹਾਂ ਪੂਰਬਲੇ ਜਨਮਾਂ ਦੇ ਕੀਤੇ ਚੰਗੇ ਕਰਮਾਂ ਕਾਰਨ ਪਰਮ ਪਾਰਸ ਰੂਪੀ ਗੁਰੂ ਦੀ ਪ੍ਰਾਪਤੀ ਹੁੰਦੀ ਹੈ, ਜਿਹੜਾ ਜੀਵ ਦੇ ਮਨ ਦੇ ਬੱਜਰ ਕਪਾਟ ਖੋਲ ਦਿੰਦਾ ਹੈ ਤੇ ਪ੍ਰਮਾਤਮਾ ਦੇ ਨਾਲ ਮਿਲਾਪ ਕਰਾ ਦਿੰਦਾ ਹੈ। ਰੱਬ ਪ੍ਰਗਾਸ ਰਜਨੀ ਜਥਾ ਗਤ, ਜਾਨਤ ਸਭ ਸੰਸਾਰ, ਪਾਰਸ ਮਾਨੋ ਤਾਂਬੋ ਛੂਏ, ਕਨਕ ਹੋਤ ਨਹੀਂ ਬਾਰ। ਪਰਮ ਪਰਸ ਗੁਰ ਭੇਟੀਐ, ਪੂਰਬ ਲਿਖਤ ਲਿਲਾਟ, ਉਨ ਮਨ ਮਨ ਹੀ ਮਿਲੇ, ਛੁਟ ਕਰ ਵਜਰ ਕਪਾਟ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਅੰਗ 346। ਭਗਤ ਰਵਿਦਾਸ ਜੀ ਦੀ ਬਾਣੀ ਦੇ ਵਿੱਚ ਨਾਮ ਸਿਮਰਨ ਨੂੰ ਮੁਕਤੀ ਦਾ ਵਿਸ਼ੇਸ਼ ਸਾਧਨ ਮੰਨਿਆ ਹੈ। ਪਰਮਾਤਮਾ ਦੀ ਪ੍ਰਾਪਤੀ ਦਾ ਇੱਕੋ ਇੱਕ ਸਾਧਨ ਨਾਮ ਸਿਮਰਨ ਹੈ। ਇਸ ਲਈ ਆਪ ਜੀ ਦੀ ਬਾਣੀ ਦੇ ਵਿੱਚ ਇਸ ਦੀ ਮਹਿਮਾ ਬਾਰ-ਬਾਰ ਗਾਈ ਗਈ ਹੈ। ਭਗਤ ਜੀ ਦਾ ਵਿਚਾਰ ਹੈ ਕਿ ਸਤਯੁਗ ਦੇ ਵਿੱਚ ਦਾਨ ਜਾਂ ਸਤਯੁਗ ਦੇ ਵਿੱਚ ਸਤ ਜਾਂ ਦਾਨ ਪੁੰਨ ਉੱਤੇ, ਤ੍ਰੇਤਾ ਦੇ ਵਿੱਚ ਹਵਨ ਯਗ ਕਰਨ ਉੱਤੇ ਤੇ ਦੁਆਪਰ ਦੇ ਵਿੱਚ ਨੇਕ ਰਹਿਣੀ ਦੇ ਉੱਤੇ ਬਲ ਦਿੱਤਾ ਜਾਂਦਾ ਸੀ। ਪਰ ਕਲਯੁਗ ਦੇ ਵਿੱਚ ਕੇਵਲ ਨਾਮ ਹੀ ਜੀਵਾਂ ਦਾ ਇੱਕੋ ਇੱਕ ਆਸਰਾ ਹੈ। ਸਤਯੁਗ ਸਤ ਤੇਤਾ ਜਗੀ, ਦੁਆਪਰ ਪੂਜਾ ਚਾਰ, ਤੀਨੋਂ ਯੁਗ ਤੀਨੋਂ ਦਿੜੇ, ਕਲ ਕੇਵਲ ਨਾਮ ਆਧਾਰ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਅੰਗ 346। ਇਸੇ ਲਈ ਭਗਤ ਜੀ ਨੇ ਆਪਣੇ ਆਪ ਨੂੰ ਨਾਮ ਦਾ ਵਣਜਾਰਾ ਕਿਹਾ ਹੈ, ਕਿਉਂਕਿ ਜਿੱਥੇ ਸੰਸਾਰ ਦੇ ਜੀਵ ਮਾਇਆ ਰੂਪੀ ਬਿਖ ਜ਼ਹਿਰ ਦਾ ਵਪਾਰ ਕਰਨ ਤੇ ਲੱਗੇ ਹੋਏ ਨੇ, ਉੱਥੇ ਭਗਤ ਜੀ ਆਪਣੇ ਆਪ ਰਾਮ ਨਾਮ ਰੂਪੀ ਧਨ ਨੂੰ ਇਕੱਠਾ ਕਰਨ ਵਿੱਚ ਲੱਗੇ ਹੋਏ ਨੇ। ਆਪ ਜੀ ਫਰਮਾਉਂਦੇ ਨੇ, ਹਉ ਬਨਜਾਰੋ ਰਾਮ ਕੋ, ਸਹਿਜ ਕਰੋ ਵਪਾਰ, ਮੈਂ ਰਾਮ ਨਾਮ ਧਨ ਲੱਦਿਆ, ਬਿਖ ਲਾਦੀ ਸੰਸਾਰ। ਉਹਨਾਂ ਨੇ ਰਾਮ ਨਾਮ ਦਾ ਧਨ ਲੱਦਿਆ ਹੈ ਲਿਜਾਣ ਲਈ, ਤੇ ਸੰਸਾਰ ਨੇ ਬਿਖ ਜਿਹੜੀ ਹੈ ਜ਼ਹਿਰ ਜਿਹੜੀ ਹੈ ਉਹ ਇਕੱਠੀ ਕੀਤੀ ਹੈ। ਭਗਤ ਜੀ ਨੇ ਆਪਣੀ ਬਾਣੀ ਆਰਤੀ ਦੇ ਵਿੱਚ ਨਾਮ ਦਾ ਮਹੱਤਵ ਨੂੰ ਪ੍ਰਗਟਾਉਂਦਿਆਂ ਦੱਸਿਆ ਹੈ ਕਿ ਹੇ ਪਰਮਾਤਮਾ, ਮੇਰੇ ਲਈ ਤੇ ਸਭ ਕੁਝ ਸਿਰਫ ਤੇਰਾ ਨਾਮ ਹੈ। ਤੇਰਾ ਨਾਮ ਹੀ ਮੇਰੀ ਆਰਤੀ ਹੈ। ਤੇਰੇ ਨਾਮ ਤੋਂ ਬਿਨਾਂ ਆਰਤੀ ਦੇ ਵਿੱਚ ਵਰਤੀ ਜਾਂਦੀ ਸਾਰੀ ਸਮੱਗਰੀ ਵਿਅਰਥ ਹੈ। ਨਾਮ ਤੇਰੋ ਆਰਤੀ ਮਜਨ ਮਰਾਰੇ, ਹਰ ਕੇ ਨਾਮ ਬਿਨ ਝੂਠੇ ਸਗਲ ਪਾਸਾਰੇ। ਤੇ ਅੱਗੇ ਜਾ ਕੇ ਫਰਮਾਉਂਦੇ ਨੇ, ਕਹਿ ਰਵਿਦਾਸ ਨਾਮ ਤੇਰੋ ਆਰਤੀ, ਸਤ ਨਾਮ ਹੈ ਹਰ ਭੋਗ ਤੁਹਾਰੇ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਅੰਗ 694। ਜੀਵਾਤਮਾ ਦੀ ਮੁਕਤੀ ਦੇ ਲਈ ਸਤਸੰਗ ਦਾ ਵਿਸ਼ੇਸ਼ ਮਹੱਤਵ ਹੈ। ਸਤਸੰਗ ਦੇ ਵਿੱਚ ਜਾ ਕੇ ਉੱਥੋਂ ਸ਼ੁਭ ਉਪਦੇਸ਼ ਸੁਣ ਕੇ ਮਨੁੱਖ ਦੇ ਮਨ ਵਿੱਚ ਪ੍ਰਭੂ ਲਈ ਪਿਆਰ ਪੈਦਾ ਹੋਣਾ ਸੁਭਾਵਿਕ ਹੈ, ਜਿਹੜਾ ਕਿ ਭਗਤੀ ਦਾ ਆਵਸ਼ਕ ਤੱਤ ਹੈ। ਭਗਤ ਰਵਿਦਾਸ ਜੀ ਦੀ ਬਾਣੀ ਦੇ ਵਿੱਚ ਸਤ ਸੰਗਤ ਦੀ ਮਹਾਨਤਾ ਦਾ ਵਰਣਨ ਕੀਤਾ ਗਿਆ ਹੈ ਕਿ ਸਾਧ ਸੰਗਤ ਤੋਂ ਬਿਨਾਂ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ। ਸਤ ਸੰਗਤ ਬਿਨਾਂ ਭਾਵ ਨਹੀਂ ਉਪਜੈ, ਭਾਵ ਬਿਨਾਂ ਭਗਤ ਨਹੀਂ ਹੋਏ ਤੇਰੀ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਅੰਗ 694। ਭਗਤ ਰਵਿਦਾਸ ਜੀ ਸਤ ਸੰਗਤ ਨੂੰ ਸ਼ਹਿਦ ਤੇ ਸ਼ਹਿਦ ਦੀਆਂ ਮੱਖੀਆਂ ਦੇ ਨਾਲ ਤੁਲਨਾ ਕਰਦਿਆਂ ਕਹਿੰਦੇ ਨੇ ਕਿ ਜਿਸ ਤਰ੍ਹਾਂ ਸ਼ਹਿਦ ਦੀਆਂ ਮੱਖੀਆਂ ਸ਼ਹਿਦ ਦੇ ਛੱਤੇ ਦੇ ਨਾਲ ਜੁੜੀਆਂ ਰਹਿੰਦੀਆਂ ਨੇ,
ਇਸੇ ਤਰ੍ਹਾਂ ਹੀ ਸਤਸੰਗੀ ਪ੍ਰਮਾਤਮਾ ਦੇ ਨਾਮ ਦੀ ਵਿਚਾਰ ਕਰਨ ਦੇ ਲਈ ਸਤ ਸੰਗਤ ਦੇ ਵਿੱਚ ਜੁੜੇ ਰਹਿੰਦੇ ਨੇ। ਮਾਧੋ ਸਤ ਸੰਗਤ ਸਰਨ ਤੁਮਾਰੀ, ਹਮ ਆਉਗਨ ਤੁਮ ਉਪਕਾਰੀ ਰਹਾਓ। तुम मखतूल सफेद सपीयल, हम बपुरे जस कीरा। सत संगत मिल रही है माधव, ज्यों मधुप मुखीरा। ਭਗਤ ਰਵਿਦਾਸ ਜੀ ਅਨੁਸਾਰ ਮਨੁੱਖ ਦੀ ਜਿਹੋ ਜਿਹੀ ਸੰਗਤ ਹੁੰਦੀ ਹੈ, ਉਹੋ ਜਿਹਾ ਹੀ ਉਹ ਗੁਣ ਧਾਰਨ ਕਰ ਲੈਂਦਾ ਹੈ। ਆਪ ਆਪਣੀ ਵਿਅਕਤੀਗਤ ਉਦਾਹਰਨ ਦੇ ਕੇ ਸਪਸ਼ਟ ਕਰਦੇ ਨੇ ਕਿ ਉਹ ਸੰਤਾਂ ਦੀ ਸੰਗਤ ਦੇ ਨਾਲ ਅਰਿੰਡ ਤੋਂ ਚੰਦਨ ਹੋ ਗਏ ਤੇ ਨੀਵੀਂ ਜਾਤ ਤੋਂ ਉੱਚੀ ਜਾਤੀ ਦੇ ਬਣ ਗਏ। ਤੁਮ ਚੰਦਨ ਹਮ ਅਰਿੰਡ ਬਾਪੁਰੇ, ਸੰਗ ਤੁਮਾਰੇ ਬਾਸਾ। ਨੀਚ ਰੂਖ ਤੇ ਊਚ ਪਏ ਹੈ, ਗੰਧ ਸੁਗੰਧ ਨਿਵਾਸਾ। ਇਹ ਸਾਰੀ ਜਿਹੜੀ ਚਰਚਾ ਹੈ ਇਸ ਲੇਖ ਦੀ, ਇਸ ਤੋਂ ਬਾਅਦ ਇਸੇ ਸਿੱਟੇ ਤੇ ਪਹੁੰਚਦੇ ਹਾਂ ਕਿ ਭਗਤ ਰਵਿਦਾਸ ਜੀ ਦੀ ਬਾਣੀ ਦੇ ਵਿੱਚ 3 ਸਾਧਨ ਗਿਆਨ, ਕਰਮ ਤੇ ਭਗਤੀ ਮਾਰਗ ਦਰਸਾਏ ਗਏ ਨੇ। ਆਪ ਜੀ ਨੇ ਕਰਮ ਮਾਰਗ ਤੇ ਗਿਆਨ ਮਾਰਗ ਦੀ ਮਹੱਤਤਾ ਦਾ ਵਰਣਨ ਕਰਦਿਆਂ ਹੋਇਆਂ ਭਗਤੀ ਮਾਰਗ ਦੇ ਉੱਤੇ ਸਭ ਤੋਂ ਵੱਧ ਜ਼ੋਰ ਦਿੱਤਾ ਹੈ। ਭਗਤੀ ਦੇ ਪ੍ਰਮੁੱਖ ਸਾਧਨ ਪ੍ਰੇਮਾ ਭਗਤੀ, ਪਰਮਾਤਮਾ ਦੀ ਕਿਰਪਾ, ਗੁਰੂ ਤੇ ਗੁਰੂ ਦੀ ਕਿਰਪਾ, ਨਾਮ ਸਿਮਰਨ ਅਤੇ ਸਤ ਸੰਗਤ ਆਦਿ ਹਨ। ਭਗਤ ਰਵਿਦਾਸ ਜੀ ਅਨੁਸਾਰ ਪਰਮਾਤਮਾ ਪ੍ਰਾਪਤੀ ਦਾ ਪ੍ਰਮੁੱਖ ਸਾਧਨ ਪ੍ਰੇਮਾ ਭਗਤੀ ਹੈ। ਜੀਵ ਆਤਮਾ ਗੁਰੂ ਦੀ ਬਖਸ਼ਿਸ਼ ਤੇ ਉਸ ਦੁਆਰਾ ਦਿੱਤੇ ਨਾਮ ਸਿਮਰਨ ਰਾਹੀਂ ਪਰਮਾਤਮਾ ਨਾਲ ਇੱਕਮਿਕਤਾ ਪ੍ਰਾਪਤ ਕਰਕੇ ਬੇਗਮਪੁਰੇ ਦਾ ਵਾਸੀ ਬਣ ਜਾਂਦੀ ਹੈ। ਆਪ ਜੀ ਨੇ ਸ਼ਬਦ ਦੇ ਵਿੱਚ ਫਰਮਾਇਆ ਹੈ, ਜਿਹੜਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਗ 345 ਤੇ ਸੁਸ਼ੋਭਿਤ ਹੈ। ਬੇਗਮਪੁਰਾ ਸ਼ਹਿਰ ਕੋ ਨਾਓ, ਦੁਖ ਅੰਦੋ ਨਹੀਂ ਤਹਿ ਠਾਓ। ਨਾ ਤਸਵੀਸ ਖਰਾਜ ਨਾ ਮਾਲ, खौफ न खता न तरस जवाल। अब मोहे खूब वतन गह पाई, ऊहा खैर सदा मेरे भाई रहाओ। कायम दायम सदा पातशाही, दोम न सेम एक सो आही। आबादान सदा मशहूर, ऊहा गनी बसै मामूर। त्यों त्यों सैल करह ज्यों भावै, महरम महल ना को अटकावै। कह रविदास खलास चमारा, जो हम सहरी सो मीत हमारा। ਤੇ ਆਓ ਚੱਲਦੇ ਹਾਂ, ਇਹ ਸ਼ਬਦ ਸਰਵਣ ਕਰਦੇ ਹਾਂ। ਇਸ ਨੂੰ ਆਵਾਜ਼ ਦਿੱਤੀ ਹੈ ਭਾਈ ਮਨਿੰਦਰ ਸਿੰਘ ਜੀ ਸ੍ਰੀਨਗਰ ਵਾਲਿਆਂ ਨੇ। नहीं देखा दुख
ਹਾਂਜੀ, ਇਹ ਸਨ ਭਾਈ ਮਨਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਣ ਕੀਤਾ ਹੈ। ਤੇ ਆਓ ਇੱਕ ਸ਼ਬਦ ਹੋਰ ਸਰਵਣ ਕਰਦੇ ਹਾਂ, ਜਿਸ ਨੂੰ ਗਾਇਨ ਕੀਤਾ ਹੈ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲਿਆਂ ਨੇ। ਮਾਟੀ ਕੋ ਪੁੱਤਰਾ ਕੈਸੇ ਨਚਤ ਹੈ। माटी को पुतरा कैसे नचत है, माटी को पुतरा कैसे नचत है। देखे देखे सुने बोले, देखे देखे सुने बोले, दौड़ियो वेरत है कैसे नचत है। माटी को पुतरा कैसे नचत है, माटी को पुतरा कैसे नचत है। जब किछ पावे तब गर्व करत है, माया गई तब रोवन लगत है। दौड़ियो वेरत है कैसे नचत है, माटी को पुतरा कैसे नचत है, माटी को पुतरा कैसे नचत है। मन बाच कर्म रस कसहे लुबाना, बिनस गया जाए कहूँ समाना। दौड़ियो वेरत है कैसे नचत है, माटी को पुतरा कैसे नचत है, माटी को पुतरा कैसे नचत है। कह रविदास बाजी जग पाई, कह रविदास बाजी जग पाई। बाजीगर सो मोहे प्रीत बन आई। दौड़ियो वेरत है कैसे नचत है, माटी को पुतरा कैसे नचत है, माटी को पुतरा कैसे नचत है। देखे देखे सुने बोले, देखे देखे सुने बोले, दौड़ियो वेरत है कैसे नचत है, माटी को पुतरा कैसे नचत है, माटी को पुतरा कैसे नचत है। दौड़ियो वेरत है कैसे नचत है। ਹਾਂਜੀ, ਇਹ ਸਨ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਣ ਕੀਤਾ। ਤੇ ਇੱਕ ਸ਼ਬਦ ਅਸੀਂ ਪ੍ਰੋਗਰਾਮ ਦੇ ਵਿੱਚ ਹੋਰ ਸੁਣਾਂਗੇ, ਜਿਹੜੇ ਕਿ ਭਗਤ ਰਵਿਦਾਸ ਜੀ ਮਹਾਰਾਜ ਉਹਨਾਂ ਦਾ ਉਚਾਰਨ ਕੀਤਾ ਹੈ। ਤੇ ਇਸੇ ਸ਼ਬਦ ਦੇ ਨਾਲ ਅਸੀਂ ਆਪ ਜੀ ਨੂੰ ਛੱਡ ਕੇ ਜਾ ਰਹੇ ਹਾਂ। ਤੇ ਪ੍ਰਮਾਤਮਾ ਨੇ ਸਵਾਸ ਬਖਸ਼ੇ ਤੇ ਅਗਲੇ ਐਤਵਾਰ ਫਿਰ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੇ। ਤੇ ਸਾਡੇ ਵੱਲੋਂ ਇੱਕ ਵਾਰ ਫੇਰ ਸਭ ਨੂੰ ਭਗਤ ਰਵਿਦਾਸ ਜੀ ਮਹਾਰਾਜ ਉਹਨਾਂ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਹੋਵੇ। ਉਹਨਾਂ ਦੀ ਬਾਣੀ ਜਿਹੜੀ ਹੈ ਬਹੁਤ ਹੀ ਸਾਨੂੰ ਡੂੰਘੀਆਂ ਜਿਹੜੀਆਂ ਵਿਚਾਰਾਂ ਨੇ, ਸਾਨੂੰ ਉਪਦੇਸ਼ ਬਖਸ਼ਦੀ ਹੈ। ਤੇ ਸਾਡੇ ਲਈ ਜ਼ਰੂਰੀ ਹੈ ਜਿਹੜਾ ਉਪਦੇਸ਼ ਹੈ ਉਹਦੇ ਨਾਲ ਜੁੜੀਏ। ਤੇ ਇੱਥੇ ਹੀ ਅਸੀਂ ਆਪ ਤੋਂ ਵਿਦਾਇਗੀ ਲੈਂਦਿਆਂ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਖਿਮਾ ਦੀ ਜਾਚਨਾ ਕਰਦੇ ਹੋਏ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇ